अणकी मर्द दलेरां नूं दुनिया याद करेंदी अणकी मर्द दलेरां नूं। ये है जगत मुसाफिर खाना छड्डना पैना है इत्थे आया कोई बैठा सदा न रहिंदा है उसनू शरदा दे फुल अर्पण करदी कौम सदा सिर ते पई मुसीबत कौम लई जो सहिंदा है। करदे होण इबादत आशिक होण शहादत दे लाड़ी मौत विआउंदे लाउण वताना देरां नूं मरदे कौम लई जो ओ तां सदा जिउंदे ने दुनिया याद करेंदी अणकी मर्द दलेरां नूं दुनिया याद करेंदी अणकी मर्द दलेरां नूं। ना ओ डोलन कदे भी सिर ते पई मुसीबत तो हर एक दुखड़ा हस के कौम वास्ते जरदे ने सिर ते बन के कफन जंदे ने जो लड़न लई ओ ना जंग मदाने कदे किसे तो हरदे ने बन के पर्वत खड़दे मूरे जाके जालम दे खड़दे रोकन खातर वगदे जुल्म हनेरां नूं मरदे कौम लई जो ओदा सदा जिउंदे ने दुनिया याद करेंदी अणकी मर्द दलेरां नूं दुनिया याद करेंदी अणकी मर्द दलेरां नूं। होवण पंथ दे दर्दी हक्कां दे लई डटदे ने अंतम साह तक ना कदे भी पिठ दिखाउंदे ने कहंदे सिर जांदा ते जावे सिदकों डोलीए ना कीते कौल जबानो आखिर तक निभाउंदे ने हुंदे चानण वर्गे दूर भजाउण हनेरियां नूं सूरज वांगर रोशन करदे चार चफेरां नूं मरदे कौम लई जो ओ तां सदा जिउंदे ने दुनिया याद करेंदी अणकी मर्द दलेरां नूं दुनिया याद करेंदी अणकी मर्द दलेरां नूं। और रहिंदे एकजुट हो के पाउंदे बेथ पाकी ना लालच दुनिया दा कोई ओना ताई खरीदे ना कहंदे सिर जांदा ते जावे हुंदे जो विश्वास दे पात्र कदे भी विकदे ना करदे वफादारियां हुंदे बे उम्मीदे ना रखण दिल दरियावां वर्गे किसे तो ढहिंदे ना छड्ड मैदान कदे ना दौड़न समय अखेरां नूं मरदे कौम लई जो ओ तां सदा जिउंदे ने दुनिया याद करेंदी अणकी मर्द दलेरां नूं दुनिया याद करेंदी अणकी मर्द दलेरां नूं। आओ जीवन ओना दा है मार्ग दर्शन कौम लई पन्ने बण इतिहास दे अमर सदा लई हो जांदे पाके खून पाल दे लगिया बूटा गैरत दा तोणे सदियां दे नू सूरबीर ने धो जांदे रहिंदे तत्पर हो के पावन लई शहादत जी खड़दे अड़दे लड़दे लाउण जराना देरां नूं मरदे कौम लई जो ओ तां सदा जिउंदे ने दुनिया याद करेंदी अणकी मर्द दलेरां नूं दुनिया याद करेंदी अणकी मर्द दलेरां नूं। आओ जाके दुनिया तो ना जांदे जाके दुनिया तो ना जांदे सदा जीउंदे ने वारा
ਢਾਡੀ ਅਤੇ ਕਵੀਸ਼ਰ ਰਹਿੰਦੇ ਗਾਉਂਦੇ ਨੇ। ਇੱਥੇ ਜੈ ਜੈਕਾਰਾਂ ਹੁੰਦੀਆਂ ਲੱਗਣ ਮੇਲੇ ਜੀ, ਉੱਥੇ ਜਾਦਰ ਗਾਹੇ ਮਾਣ ਬਥੇਰਾ ਪਾਉਂਦੇ ਨੇ। ਠਾਕੁਰ ਮਾਣਕ ਤੇ ਗੁਰਚੇਤ ਨਾ ਗਾਉਂਦੇ ਥੱਕਦੇ ਨੇ। ਬੈਂਕਾ ਨਜਮਾ ਲਿਖਦਾ ਰਹਿੰਦਾ ਸ਼ਾਮ ਸਵੇਰਾ ਨੂੰ। ਮਰਦੇ ਕੌਮ ਲਈ ਜੋ ਉਹ ਤਾਂ ਸਦਾ ਜਿਉਂਦੇ ਨੇ। ਦੁਨੀਆ ਯਾਦ ਕਰੇਂਦੀ ਅਣਖੀ ਮਰਦ ਦਲੇਰਾਂ ਨੂੰ, ਦੁਨੀਆ ਯਾਦ ਕਰੇਂਦੀ ਅਣਖੀ ਮਰਦ ਦਲੇਰਾਂ ਨੂੰ। ਗੈਰਤਮੰਦ ਅਣਖ ਦੀ ਖਾਤਰ ਲਾੜੀ ਮੌਤ ਵਿਆਹੁੰਦੇ, ਮਰਦੇ ਨਹੀਂ ਸਦਾ ਹੀ ਜਿਉਂਦੇ ਯਾਦਾਂ ਲੋਕ ਮਨਾਉਂਦੇ। ਸੰਸਾਰ ਦੇ ਅੰਦਰ ਧਰਮ ਵਾਸਤੇ, ਅਣਖ ਤੇ ਗੈਰਤ ਵਾਸਤੇ, ਗਊ ਗਰੀਬ ਵਾਸਤੇ ਆਪਣੀ ਜਾਨ ਨਿਸ਼ਾਵਰ ਕਰਨ ਵਾਲਿਆਂ ਦੀਆਂ ਯਾਦਾਂ ਇਸ ਤਰ੍ਹਾਂ ਮਨਾਈਆਂ ਜਾਂਦੀਆਂ ਨੇ। ਜਿਵੇਂ ਆਪਾਂ ਸ਼ਹੀਦ ਭਾਈ ਸਰਬਜੀਤ ਸਿੰਘ ਜੀ ਹੋਰਾਂ ਨੂੰ ਯਾਦ ਕਰ ਰਹੇ ਹਾਂ। ਸਾਰਿਆਂ ਦੇ ਹਿੱਸੇ ਇਹ ਵਡਿਆਈ, ਇਹ ਮਾਣ, ਇਹ ਮਹੱਤਤਾ ਨਹੀਂ ਆਉਂਦੀ। ਗੁਰਦੇਵ ਦੇ ਚਰਨਾਂ ਦੇ ਵਿੱਚ ਸੀਸ ਝੁਕਾਓ ਔਰ ਕੁਝ ਕਹਿਣ ਦਾ ਬਲ ਬਖਸ਼ੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੇ ਬਣਦੇ ਇਤਿਹਾਸ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ। ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਸਾਡੀ ਕੌਮ ਮਨਸੂਰਾਂ ਦੀ ਭਰੀ ਹੋਈ ਕੌਮ ਹੈ ਔਰ ਇਹ ਕੁਆਂਟੀਟੀ ਦੇ ਆਧਾਰ ਤੇ ਨਹੀਂ, ਕੁਆਲਿਟੀ ਦੇ ਆਧਾਰ ਤੇ ਸੰਸਾਰ ਦੇ ਅੰਦਰ ਮਾਣ ਪਾ ਰਹੀ ਹੈ। ਹੋਰਨਾਂ ਕੌਮਾਂ ਦੇ ਨਾਲ ਕੰਪੇਅਰ ਕਰੀਏ ਤਾਂ ਸਭ ਤੋਂ ਘੱਟ ਗਿਣਤੀ ਸਾਡੀ ਕੌਮ ਦੀ ਹੈ। ਪਰ ਅਸੀਂ ਗਿਣਤੀ ਦੇ ਆਧਾਰ ਤੇ ਨਹੀਂ, ਅਸੀਂ ਆਪਣੀ ਕਿਸਮ ਦੇ ਆਧਾਰ ਤੇ, ਅਸੀਂ ਇਹਨਾਂ ਸ਼ਹੀਦਾਂ ਦੀ ਰੱਖੀ ਬੁਨਿਆਦ ਦੇ ਆਧਾਰ ਤੇ ਸਿੱਖੀ ਦੀ ਮਾਣ ਮਰਿਆਦਾ ਨੂੰ ਸੰਸਾਰ ਭਰ ਦੇ ਵਿੱਚ ਪ੍ਰਚਾਰ ਪ੍ਰਸਾਰ ਰਹੇ ਹਾਂ। ਗੁਰਦੇਵ ਕਿਰਪਾ ਕਰਨ ਇਸ ਤਰ੍ਹਾਂ ਕੌਮੀ ਯੋਧਿਆਂ ਦੀਆਂ ਯਾਦਾਂ, ਉਹਨਾਂ ਦਾ ਸਮੁੱਚਾ ਹੀ ਪਰਿਵਾਰ, ਸਤਿਕਾਰਯੋਗ ਬਾਪੂ ਜੀ, ਉਹਨਾਂ ਦੇ ਭਾਈ ਸਾਹਿਬ ਤਥਾ ਸਾਰੀਆਂ ਨਗਰ ਨਿਵਾਸੀ ਸੰਗਤਾਂ ਔਰ ਆਪ ਪੰਥ ਦਰਦੀ ਦਾਸ ਤੋਂ ਪਹਿਲਾਂ ਬੜੇ ਗਹਿਰਾਈ ਦੇ ਤਲ ਤੋਂ ਵਿਚਾਰ ਵੀਰ ਜੀ ਰੱਖ ਰਹੇ ਸਨ। ਸਨਮਾਨਯੋਗ ਸੰਗਤ ਜੀ, ਇਹ ਰਹਿਮਤ, ਇਹ ਬਖਸ਼ਿਸ਼, ਇਹ ਬਰਕਤ ਉਹਨਾਂ ਤੇ ਵਰਤਦੀ ਹੈ ਜਿਹੜੇ ਆਪਣੇ ਅਤੀਤ ਨੂੰ ਯਾਦ ਰੱਖਦੇ ਨੇ ਤੇ ਦੁਹਰਾਉਂਦੇ ਰਹਿੰਦੇ ਨੇ। ਯਾਦ ਰੱਖੋ, ਇਤਿਹਾਸ ਸਾਡਾ ਅਤੀਤ ਹੈ ਔਰ ਜਿਹੜੇ ਅਤੀਤ ਨੂੰ ਭੁੱਲ ਜਾਂਦੇ ਨੇ ਉਹਨਾਂ ਨੂੰ ਸੰਸਾਰ ਭੁੱਲ ਜਾਂਦਾ ਹੈ। ਉਹ ਭੁੱਲ ਵਿਸਰ ਜਾਂਦੇ ਨੇ, ਦੁਨੀਆ ਦੀ ਅੱਖ ਤੋਂ ਪਰੋਖੇ ਹੋ ਜਾਂਦੇ ਨੇ। ਜਿਹੜੇ ਆਪਣੇ ਅਤੀਤ ਨੂੰ ਯਾਦ ਰੱਖਦੇ ਨੇ, ਇਤਿਹਾਸ ਅਸੀਂ ਸਟੇਜਾਂ ਦੇ ਉੱਪਰ ਕਿਉਂ ਗਾਉਂਦੇ ਹਾਂ, ਕਿਉਂ ਸੁਣਦੇ ਹਾਂ, ਇਹ ਦੀਵਾਨ ਅਸੀਂ ਕਿਉਂ ਲਾਉਂਦੇ ਹਾਂ, ਤਾਂ ਕਿ ਅਸੀਂ ਆਪਣੇ ਅਤੀਤ ਨੂੰ ਜਾਣ ਕੇ ਉਹਦੇ ਅੰਦਰ ਜਿਹੜੇ ਸਾਡੇ ਵਡੇਰਿਆਂ ਨੇ ਚੜ੍ਹਦੀ ਕਲਾ ਵਾਲੇ ਕਾਰਨਾਮੇ ਕੀਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਾਰੀ ਰੱਖੀਏ। ਤੇ ਜਿਹੜੀਆਂ ਅਤੀਤ ਦੇ ਵਿੱਚ ਕੋਈ ਭੁੱਲਾਂ ਹੋਈਆਂ ਸਾਡੇ ਤੋਂ ਜਿਹਦੇ ਕਾਰਨ ਸਾਨੂੰ ਨੁਕਸਾਨ ਉਠਾਉਣਾ ਪਿਆ, ਉਹਨਾਂ ਭੁੱਲਾਂ ਤੋਂ ਸੁਚੇਤ ਹੋਈਏ। ਅਤੀਤ ਸਾਡਾ ਇਤਿਹਾਸ ਹੈ ਔਰ ਸਾਡਾ ਇਤਿਹਾਸ ਬੜਾ ਸ਼ਾਨਾ ਮੱਤਾ ਹੈ ਔਰ ਨਾਲ ਦੀ ਨਾਲ ਇਤਿਹਾਸ ਦੇ ਕੁਝ ਪੱਖ ਸਾਨੂੰ ਇਹ ਵੀ ਦਰਸਾਉਂਦੇ ਨੇ ਕਿ ਅਸੀਂ ਜੋ ਭੁੱਲਾਂ ਕੀਤੀਆਂ, ਜੋ ਬੇਇਤਫਾਕੀ ਦੇ ਸ਼ਿਕਾਰ ਹੋਏ, ਜਾਂ ਜਿੱਥੇ ਕਿਤੇ ਸਾਡੇ ਆਪਣਿਆਂ ਨੇ ਸਾਡੇ ਨਾਲ ਗਦਾਰੀ ਕੀਤੀ ਔਰ ਉਹਨਾਂ ਗਲਤੀਆਂ ਦਾ ਖਮਿਆਜ਼ਾ ਅੱਜ ਤੱਕ ਅਸੀਂ ਭੁਗਤ ਰਹੇ ਹਾਂ। ਜੋ ਕਿ ਸਮੇਂ ਦੇ ਅੰਦਰ ਉਹਨਾਂ ਇਤਿਹਾਸ ਦੇ ਪੰਨਿਆਂ ਨੂੰ ਵਿਚਾਰ ਕੇ ਸੁਚੇਤ ਹੋਣਾ ਔਰ ਸਦਾ ਇਸ ਗੱਲ ਦੀ ਪਹਿਰੇਦਾਰੀ ਰੱਖਣੀ ਕਿ ਕੌਮ ਦੇ ਅੰਦਰ ਦੁਬਾਰਾ ਕੋਈ ਐਸੀ ਘਟਨਾ ਨਾ ਵਾਪਰੇ ਜਿਹਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪਵੇ। ਗੁਰਦੇਵ ਸੱਚੇ ਪਾਤਸ਼ਾਹ ਦੇ ਪਵਿੱਤਰ ਇਤਿਹਾਸ ਦੇ ਉਪਰੰਤ ਸਾਧ ਸੰਗਤ ਸਿੱਖ ਇਤਿਹਾਸ ਦੇ ਪੰਨੇ ਸ਼ੁਰੂ ਹੁੰਦੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ ਸਵਾਇਮਾਨ ਹੋਣ ਦਾ ਪ੍ਰਸੰਗ
ਇੱਥੋਂ ਤੱਕ ਜਿਹੜੇ ਸਿੱਖਾਂ ਦੇ ਇਤਿਹਾਸ ਵੀ ਮਹਾਰਾਜ ਦੇ ਪਵਿੱਤਰ ਜੀਵਨ ਦੇ ਨਾਲ ਅਟੈਚ ਹੁੰਦੇ ਨੇ, ਉਹ ਗੋਰੇ ਇਤਿਹਾਸ ਦੇ ਪੰਨੇ ਅਖਵਾਉਂਦੇ ਨੇ। ਸਾਡੇ ਕੋਲੇ ਗੋਰੇ ਇਤਿਹਾਸ ਅਤੇ ਸਿੱਖ ਇਤਿਹਾਸ, ਇਹ ਦੋ ਪੱਖ ਹਨ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ ਜੋਤੀ ਜੋਤ ਸਮਾਉਣ ਦੇ ਉਪਰੰਤ, ਗੁਰਦੇਵ ਦੇ ਚਲਾਣੇ ਦੇ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖਾਂ ਦਾ ਇਤਿਹਾਸ ਆਰੰਭ ਹੁੰਦਾ ਹੈ। ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਾਈ ਤੋਂ ਲੈ ਕੇ ਫਿਰ ਸਾਧ ਸੰਗਤ 18ਵੀਂ ਸਦੀ ਦਾ ਸਾਰਾ ਹੀ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ, ਵਾਚਦੇ ਹਾਂ, ਤੇ ਸਾਧ ਸੰਗਤ ਰੋਮਾਂ ਨੂੰ ਪੁਲਕਾਵਲੀ ਆਉਂਦੀ ਹੈ। ਅਸੀਂ ਸਦਾ ਇਸ ਤਰ੍ਹਾਂ ਜੋੜ ਮੇਲੇ ਨਹੀਂ ਸੀ ਰਚ ਸਕਦੇ, ਅਸੀਂ ਸਦਾ ਇਸ ਤਰ੍ਹਾਂ ਸਭਾ ਲਾ ਕੇ ਨਹੀਂ ਸੀ ਬੈਠ ਸਕਦੇ। ਪੂਰੀ ਸਦੀ ਸਾਡੇ ਤੇ ਐਸੀ ਗੁਜ਼ਰੀ, ਸਾਨੂੰ ਘਰ ਪਰਿਵਾਰ ਛੱਡ ਕੇ ਜੰਗਲਾਂ ਬਰੇਤਿਆਂ ਦੇ ਵਿੱਚ ਜਾਣਾ ਪਿਆ, ਕਾਹਨੂੰਵਾਨ ਦੇ ਸ਼ੰਭਾਂ ਦੇ ਵਿੱਚ ਗੁਰਸਿੱਖਾਂ ਨੂੰ ਰਹਿਣਾ ਪਿਆ। ਪਰ ਉਹਨਾਂ ਸਿੱਖਾਂ ਦੀ ਸਿੱਖੀ ਦੇ ਵਿੱਚ ਦ੍ਰਿੜਤਾ ਸਾਡਾ ਮਾਰਗਦਰਸ਼ਨ ਕਰਦੀ ਹੈ। ਦੁਨੀਆ ਦੇ ਅੰਦਰ ਤਿੰਨ ਵਰਗ ਦੇ ਲੋਕ ਹਨ। ਇੱਕ ਵਰਗ ਇਹੋ ਜਿਹਾ ਹੈ ਜਿਹੜਾ ਕੇਵਲ ਕਥਨੀ ਕਰਦਾ ਹੈ, ਕੇਵਲ ਕਥਨੀ। ਉਹਦੇ ਬਾਬਤ ਗੁਰਦੇਵ ਕਹਿੰਦੇ ਨੇ, ਕੇਵਲ ਕਥਨੀ ਕਰਨਾ ਇਸ ਤਰ੍ਹਾਂ ਹੈ ਕਿ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਕੇਵਲ ਕਥਨੀ ਕਰਨ ਵਾਲੇ ਨੂੰ ਗੁਰਦੇਵ ਦੀ ਬਾਣੀ ਨੇ ਵੀ ਨਕਾਰਿਆ ਹੈ ਔਰ ਸਾਡੇ ਇਤਿਹਾਸ ਨੇ ਵੀ ਨਕਾਰਿਆ ਹੈ। ਇੱਕ ਵਰਗ ਇਹੋ ਜਿਹਾ ਹੈ ਜਿਹੜਾ ਕਥਨੀ ਵੀ ਕਰਦਾ ਹੈ ਤੇ ਨਾਲ ਦੀ ਨਾਲ ਕਰਨੀ ਵੀ ਕਰਦਾ ਹੈ। ਜਾਣਾ ਜੋ ਕੁਝ ਆਪਣੀ ਰਸਨਾ ਤੋਂ ਕਹਿੰਦਾ ਹੈ ਉਹਨੂੰ ਅੰਜਾਮ ਵੀ ਦਿੰਦਾ ਹੈ, ਉਹਦੇ ਤੇ ਖਰਾ ਵੀ ਉਤਰਦਾ ਹੈ, ਉਹ ਵੀ ਸਤਿਕਾਰਯੋਗ ਹੈ। ਪਰ ਸਭ ਤੋਂ ਉੱਤਮ ਜਿਹੜਾ ਵਰਗ ਹੈ ਉਹ ਜਿਹੜਾ ਕੇਵਲ ਕਰਨੀ ਹੀ ਕਰ ਜਾਵੇ ਸੰਸਾਰ ਦੇ ਅੰਦਰ। ਯਾਦ ਰੱਖੋ, ਉਹਦੀ ਕਰਨੀ ਵੀ ਇੱਕ ਦਿਨ ਸਟੇਜ ਤੋਂ ਕਥਨੀ ਬਣ ਕੇ ਬੋਲਦੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਦੀ ਯਾਦ ਦੇ ਅੰਦਰ ਆਪਾਂ ਜੁੜੇ ਹਾਂ ਸਾਧ ਸੰਗਤ, ਉਹਨਾਂ ਨੇ ਕੋਈ ਸਾਡੇ ਵਾਂਗ ਉੱਚੀ ਉੱਚੀ ਬੋਲ ਕੇ ਸਟੇਜਾਂ ਤੋਂ ਪ੍ਰਚਾਰ ਨਹੀਂ ਕੀਤਾ। ਉਹਨਾਂ ਨੇ ਜੀਵਨ ਦੇ ਵਿੱਚ ਕਰਨੀ ਐਸੀ ਕੀਤੀ ਜਿਹੜੀ ਕੌਮ ਦੀ ਅਣਖ ਨੂੰ, ਕੌਮੀ ਜਜ਼ਬੇ ਨੂੰ, ਜ਼ਬਰ ਦੇ ਖਿਲਾਫ ਲੜਨ ਵਾਲੀ ਜੁਰਤ ਨੂੰ ਕਾਇਮ ਕਰਨ ਵਾਲੀ ਸੀ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੰਦੇਸ਼ਾ ਦੇਣ ਵਾਲੀ ਸੀ ਕਿ ਗੁਰੂ ਕਾ ਸਿੱਖ ਕਦੇ ਵੀ ਜ਼ਬਰ ਦੇ ਅੱਗੇ ਨਹੀਂ ਝੁਕਦਾ, ਕਿਉਂਕਿ ਇਹਦਾ ਗੁਰੂ ਨਿਰਭਉ ਹੈ ਤੇ ਨਿਰਵੈਰ ਹੈ। ਨਿਰਭਉ ਤੇ ਨਿਰਵੈਰ ਦੋ ਸ਼ਬਦ ਨੇ। ਇਕੱਲਾ ਨਿਰਭਉ ਵੀ ਕਿਸੇ ਕੰਮ ਦਾ ਨਹੀਂ ਤੇ ਇਕੱਲਾ ਨਿਰਵੈਰ ਵੀ ਸੋਭਾ ਨਹੀਂ ਪਾਉਂਦਾ। ਜੇ ਇਕੱਲਾ ਨਿਰਭਉ ਹੋਵੇਗਾ ਉਹ ਮਾੜਿਆਂ ਨੂੰ ਮਤਾੜਨ ਵਾਲਾ, ਹਿਟਲਰ ਵਰਗਾ ਵੀ ਸਿੱਧ ਹੋ ਸਕਦਾ ਹੈ, ਲੋਕਾਂ ਦਾ ਘਾਣ ਕਰਨ ਵਾਲਾ, ਬੇਦੋਸ਼ੀਆਂ ਦਾ। ਤੇ ਜੇ ਇਕੱਲਾ ਨਿਰਵੈਰ ਹੈ, ਨਿਰਭੈਤਾ ਗੁਣ ਨਹੀਂ ਹੈ ਵਿੱਚ, ਤੇ ਫਿਰ ਕਹਿਰ ਹੋਵੇਗਾ, ਬੁਝਦਿਲ ਹੋਵੇਗਾ, ਡਰਪੋਕ ਹੋਵੇਗਾ। ਸਾਡੇ ਸਤਿਗੁਰੂ ਇਹਨਾਂ ਦੋਵਾਂ ਗੁਣਾਂ ਦਾ ਸੁਮੇਲ, ਨਿਰਭਉ ਅਤੇ ਨਿਰਵੈਰ। ਜਾਣਿਆ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ। ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰ ਦੇਣਾ। ਸਾਧ ਸੰਗਤ ਜਰਾ ਕੰਪੇਅਰ ਕਰਕੇ ਵੇਖੀਏ ਅੱਜ ਦੇ ਸਮੇਂ ਨੂੰ। ਉਦੋਂ ਵੀ ਐਸੀਆਂ ਘਟਨਾਵਾਂ ਵਰਤਦੀਆਂ ਸਨ ਜਿਹੜੀਆਂ ਅੱਜ ਸ਼ੁਰੂ ਹੋ ਗਈਆਂ। ਸ਼ੁਰੂ ਕੀ ਹੋਈਆਂ, ਚੱਲੀਆਂ ਹੀ ਆ ਰਹੀਆਂ ਨੇ, ਕਿਉਂਕਿ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ। ਬਾਬੇ ਕਿਆਂ ਦਾ ਪੱਖ ਤੇ ਬਾਬਰ ਕਿਆਂ ਦਾ ਪੱਖ ਇਹ ਚੱਲਿਆ ਹੀ ਆ ਰਿਹਾ ਹੈ। ਪਰ ਸਮੇਂ-ਸਮੇਂ ਤੇ ਸਿੱਖਾਂ ਨੇ ਇਹਨਾਂ ਘਟਨਾਵਾਂ ਨੂੰ ਕਿਵੇਂ ਵੇਖਿਆ ਹੈ, ਆਪਾਂ ਇਹ ਵਿਚਾਰ ਕਰਨੀ ਹੈ। ਜੋ ਕਿ ਸਮੇਂ ਦੇ ਅੰਦਰ ਜਿਹੜਾ ਸਿੱਖੀ ਦੇ ਉੱਪਰ ਪ੍ਰਭਾਵ ਹੈ ਜਾਂ ਸਿੱਖੀ ਦੇ ਨਾਲ ਛੇੜਛਾੜ, ਇਤਿਹਾਸਕ ਗ੍ਰੰਥਾਂ ਦੇ ਨਾਲ ਛੇੜਛਾੜ, ਧਰਮ ਪਰਿਵਰਤਨ ਵਾਸਤੇ ਕੁਝੀਆਂ ਘਾੜਤਾਂ ਘੜਨੀਆਂ, ਉਹਨਾਂ ਸਮਿਆਂ ਦੇ ਅੰਦਰ ਵੀ ਐਸਾ ਹੁੰਦਾ ਸੀ। ਸਾਡੇ ਪਵਿੱਤਰ ਅਸਥਾਨਾਂ ਦੇ ਉੱਪਰ ਸਾਧ ਸੰਗਤ ਵੱਡੇ ਵੱਡੇ ਅਬਦਾਲੀ ਵਰਗੇ ਚੜ੍ਹ ਕੇ ਆਉਂਦੇ ਰਹੇ, ਪਰ ਗੈਰਤਮੰਦ ਯੋਧਿਆਂ ਨੇ ਉਸ ਸਮੇਂ ਇੱਟ ਦਾ ਜਵਾਬ ਪੱਥਰ ਦੇ ਨਾਲ ਦਿੱਤਾ। ਭਾਵੇਂ ਉਹ ਸਮਾਂ ਬੜਾ ਨਾਜ਼ੁਕ ਸੀ, ਭਾਵੇਂ ਉਹ ਸਮਾਂ ਬੜਾ ਦੁਖਦਾਈ ਸੀ। ਅੱਜ ਤਾਂ ਬਹੁਤ ਸੁਖੈਣ ਹੈ, ਅਸੀਂ ਆਪਣੇ ਘਰਾਂ ਪਰਿਵਾਰਾਂ ਵਿੱਚ ਰਹਿੰਦੇ ਹਾਂ। ਸੋ ਪਤਾਲ ਦੇ ਵਿੱਚ ਸਿੱਖੀ ਦੀਆਂ ਜੜ੍ਹਾਂ ਦੇਸ਼ਾਂ ਵਿਦੇਸ਼ਾਂ ਤੱਕ ਗੁਰੂ ਕੀ ਸਿੱਖੀ ਦੇ ਉੱਚੇ ਨਿਸ਼ਾਨ ਝੂਲਦੇ ਨੇ। ਉਹਨਾਂ ਸਮਿਆਂ ਦੇ ਅੰਦਰ ਇੰਨਾ ਫੈਲਾਅ ਨਹੀਂ ਸੀ, ਪਰ ਉਹ ਸਿੱਖੀ ਦਾ ਜਜ਼ਬਾ ਗੁਰੂ ਕੇ ਸਿੱਖਾਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਸਮੇਂ ਦੀ ਹਕੂਮਤ ਨੇ ਜਦੋਂ ਜਾਣਿਆ ਅਬਦਾਲੀ ਇਸ ਦੇਸ਼ ਨੂੰ
ਇੰਨਾ ਕਨਿਸ਼ਟ ਸਮਝਦਾ ਸੀ, ਕਹਿੰਦਾ ਸੀ ਇਹਦੇ ਤੇ ਕਾਹਦਾ ਰਾਜ ਕਰਨਾ, ਲੁੱਟ ਲੱਟ ਕੇ ਲੈ ਜਾਈਦਾ ਹੈ ਜਦੋਂ ਆਈਦਾ ਹੈ। ਦਿੱਲੀ ਦਾ ਧਨ ਅਤੇ ਹੁਸਨ ਜਦੋਂ ਅਬਦਾਲੀ ਦੀਆਂ ਫੌਜਾਂ ਲੁੱਟ ਕੇ ਲਿਜਾਂਦੀਆਂ, ਗੁਰੂ ਕੇ ਸਿੱਖ ਸਾਧ ਸੰਗਤ ਉੱਥੇ ਜਾਤੀ ਵਰਣ ਨਹੀਂ ਵੇਖਦੇ, ਉੱਥੇ ਮਜ਼ਹਬ ਨਹੀਂ ਵੇਖਦੇ, ਉੱਥੇ ਜ਼ਬਰ ਦਾ ਵਿਰੋਧ ਕਰਦੇ। ਜਿਹੜੇ ਅੱਜ ਸਾਡੇ ਤੇ ਜਾਤੀ ਭੇਦਭਾਵ ਦਾ ਟੈਗ ਲਾਉਂਦੇ ਨੇ, ਸਾਧ ਸੰਗਤ ਉਹਨਾਂ ਦੀਆਂ ਕਿਹੜੀਆਂ ਜਾਤੀਆਂ ਸੀ? ਉਹ ਅਬਲਾ ਜਿਨ੍ਹਾਂ ਨੂੰ ਬੰਦੀ ਬਣਾ ਕੇ ਅਬਦਾਲੀ ਦੇ ਸੈਨਿਕ ਲਿਜਾਂਦੇ ਸੀ। ਗੁਰੂ ਕੇ ਸਿੱਖ ਧਾਵਾ ਬੋਲਦੇ ਸੀ, ਦਿੱਲੀ ਦਾ ਲੁੱਟਿਆ ਧਨ ਤੇ ਹੁਸਨ ਛਡਾ ਕੇ ਉਹਨਾਂ ਨੂੰ ਠੀਕ ਹੱਥਾਂ ਦੇ ਵਿੱਚ ਪਹੁੰਚਾਉਂਦੇ ਸੀ। ਸਾਧ ਸੰਗਤ ਸਮੇਂ ਦੇ ਅਬਦਾਲੀ ਜਿਹੜਾ ਇੱਥੇ ਹਮਲਾਵਰ ਹੋ ਕੇ ਆਉਂਦਾ ਸੀ, ਉਹਦੀਆਂ ਫੌਜਾਂ ਨੇ ਦਰਖਾਸਤ ਕੀਤੀ ਕਿ ਇਹ ਪਤਾ ਨਹੀਂ ਕਿਹੜੀ ਨਸਲ ਹੈ, ਮੌਤ ਦਾ ਕੋਈ ਖੌਫ ਹੀ ਨਹੀਂ ਇਹਨਾਂ ਨੂੰ, ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਘਰ ਹੈ, ਘਰਾਂ ਪਰਿਵਾਰਾਂ ਦਾ ਕੋਈ ਮੋਹ ਨਹੀਂ ਹੈ। ਉਹਨੇ ਆਖਿਆ ਇਹਨਾਂ ਨੂੰ ਇਹ ਤਾਕਤ ਕਿੱਥੋਂ ਮਿਲਦੀ ਹੈ? ਕਹਿਣ ਲੱਗੇ ਇਹਨਾਂ ਦੇ ਗੁਰੂ ਨੇ ਇੱਕ ਹਰਮੰਦਰ ਬਣਾ ਕੇ ਦਿੱਤਾ ਹੈ ਔਰ ਇੱਕ ਬਹੁਤ ਵੱਡਾ ਤਾਲ ਲੱਗਾ ਹੈ, ਬੜੀ ਭਾਵਨਾ ਨਾਲ ਉਹਦੇ ਵਿੱਚ ਇਸ਼ਨਾਨ ਕਰਦੇ ਨੇ, ਇਹਨਾਂ ਦੇ ਸਰੀਰ ਸਵਸਥ ਰਹਿੰਦੇ ਨੇ, ਇਹਨਾਂ ਦੀ ਕਾਇਆ ਕੰਚਨ ਵਰਗੀ ਰਹਿੰਦੀ ਹੈ ਔਰ ਫਿਰ ਆਪਣੇ ਗੁਰੂ ਦਾ ਕਲਾਮ ਪੜ੍ਹਦੇ ਨੇ। ਇਹ ਐਸੀ ਤਾਕਤ ਪ੍ਰਾਪਤ ਕਰ ਲੈਂਦੇ ਨੇ, ਫਿਰ ਮੌਤ ਦਾ ਖੌਫ ਇਹਨਾਂ ਦੇ ਵਿੱਚ ਰਹਿ ਨਹੀਂ ਜਾਂਦਾ। ਉਹਨਾਂ ਨੇ ਆਖਿਆ ਵੀ ਸਭ ਤੋਂ ਪਹਿਲਾਂ ਇਹਨਾਂ ਦੀ ਤਾਕਤ ਕਮਜ਼ੋਰ ਕੀਤੀ ਜਾਵੇ, ਜੇ ਤਾਕਤ ਦਾ ਸਰੋਤ ਖੋਹ ਲਵਾਂਗੇ ਤੇ ਤਾਕਤ ਨਹੀਂ ਰਹਿ ਜਾਵੇਗੀ, ਫਿਰ ਇਹ ਜਜ਼ਬਾ ਇਹਨਾਂ ਦੇ ਵਿੱਚੋਂ ਆਪਣੇ ਆਪ ਹੀ ਖਤਮ ਹੋ ਜਾਵੇਗਾ। ਮੱਸਾ ਰੰਗੜ ਬੇਅਦਬੀ ਕਰਨ ਲੱਗਾ। ਗੁਰੂ ਕੇ ਸੂਰਮੇ ਅਣਖੀ ਗੈਰਤਮੰਦ ਜਿਹੜੇ ਆਤਮਿਕ ਤੌਰ ਤੇ ਵੀ ਜਾਗੇ ਹੋਏ ਸਨ। ਯਾਦ ਰੱਖੋ ਸਾਧ ਸੰਗਤ, ਗੁਰਬਾਣੀ ਦੀ ਹਰੇਕ ਪੰਕਤੀ ਦਾ ਬਾਹਰਮੁਖੀ ਅਰਥ ਵੀ ਹੈ ਤੇ ਅੰਤਰੀਵ ਅਰਥ ਵੀ ਹੈ। ਇਤਿਹਾਸ ਦਾ ਹਰੇਕ ਪੱਖ ਇੱਕ ਅੰਤਰੀਵ ਅਰਥ ਵੀ ਦਰਸਾਉਂਦਾ ਹੈ ਤੇ ਬਾਹਰਮੁਖੀ ਵੀ ਹੈ। ਸਾਧ ਸੰਗਤ, ਵਿਵੇਕ ਤੇ ਗਿਆਨ ਰੂਪੀ ਜਜ਼ਬਾ ਰੂਪੀ ਸੁੱਖਾ ਸਿੰਘ ਤੇ ਮਤਾਬ ਸਿੰਘ ਜਦੋਂ ਜਾਗਦੇ ਨੇ, ਫਿਰ ਇਹ ਸਰੀਰ ਵੀ ਤਾਂ ਹਰਮੰਦਰ ਹੈ ਨਾ, ਇਹਦੇ ਅੰਦਰ ਵੀ ਅਵਿਦਿਆ ਰੂਪੀ ਵੇਸਵਾ ਨੱਚਦੀ ਹੈ, ਇਹਦੇ ਅੰਦਰ ਵੀ ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਸੀਲ, ਸੌਚ, ਅਣਖ, ਗੈਰਤ ਰੂਪੀ ਸ਼ੁਭ ਗੁਣਾਂ ਦਾ ਸਰੋਵਰ ਹੈ, ਜਿਹਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਮਿੱਟੀ ਪਾ ਕੇ ਵਿਦਿਆ ਰੂਪੀ ਵੇਸਵਾ ਨੱਚ ਰਹੀ ਹੈ ਤੇ ਹੰਕਾਰ ਰੂਪੀ ਮੱਸਾ ਇਸ ਹਰਮੰਦਰ ਦੀ ਵੀ ਬੇਅਦਬੀ ਕਰ ਰਿਹਾ ਹੈ। ਫਿਰ ਉਦਮ ਰੂਪੀ ਤੇ ਗਿਆਨ ਰੂਪੀ ਸੁੱਖਾ ਸਿੰਘ, ਮਤਾਬ ਸਿੰਘ ਉੱਠਦੇ ਨੇ ਤੇ ਹੰਕਾਰ ਰੂਪੀ ਮੱਸੇ ਦਾ ਸਿਰ ਵਿਵੇਕ ਰੂਪੀ ਤਲਵਾਰ ਦੇ ਨਾਲ ਲਾਉਂਦੇ ਨੇ। ਉਹ ਅਣਖ ਤੇ ਗੈਰਤਮੰਦ ਯੋਧੇ ਜਦੋਂ ਸੁਣਦੇ ਨੇ ਹਰਮੰਦਰ ਦੀ ਬੇਅਦਬੀ, ਸਾਧ ਸੰਗਤ ਜੀ ਦੇ ਅੰਦਰ ਦਾ ਹਰਮੰਦਰ ਨਹੀਂ ਆਜ਼ਾਦ, ਉਹ ਇਸ ਬਾਹਰੀ ਹਰਮੰਦਰ ਦੀ ਰਖਵਾਲੀ ਵੀ ਨਹੀਂ ਕਰ ਸਕਦਾ। ਜਿਹੜੇ ਬਾਣੀ ਦੇ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਬਾਣੀ ਵਸੀ ਸੀ, ਜਿਨ੍ਹਾਂ ਨੇ ਇਸ ਗੱਲ ਨੂੰ ਅਮਲ ਦੇ ਆਧਾਰ ਤੇ ਮੰਨਿਆ ਸੀ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ, ਉਹਨਾਂ ਨੇ ਵੱਢ ਲਿਆ ਮੱਸੇ ਦਾ ਸਿਰ ਤੇ ਲੈ ਗਏ ਆਪਣੇ ਜਥੇ ਦੇ ਪਾਸ। ਭਾਈ ਮਤਾਬ ਸਿੰਘ ਜੀ ਜਦੋਂ ਜਾਣ ਲੱਗੇ ਤੇ ਆਪਣੇ ਛੋਟੇ ਜਿਹੇ ਬਾਲਕ 6 ਸਾਲਾਂ ਦਾ ਸੀ ਰਾਏ ਸਿੰਘ ਦੀ ਬਾਂਹ ਆਪਣੇ ਪੱਗਵਟ ਭਾਈ ਨੱਥੇ ਖਹਿਰੇ ਨੂੰ ਪਕੜਾ ਕੇ ਕਹਿਣ ਲੱਗੇ ਇਹਦੀ ਹਿਫਾਜ਼ਤ ਰੱਖੀ ਭਾਈ, ਹੁਣ ਸਰਕਾਰ ਨੇ ਇੱਥੇ ਬੜਾ ਤਸ਼ੱਦਦ ਕਰਨਾ ਹੈ। ਚਲੇ ਗਏ ਮਤਾਬ ਸਿੰਘ ਜੀ। ਸਾਧ ਸੰਗਤ, ਨੂਰਦੀਨ ਫੌਜਦਾਰ ਦੀ ਡਿਊਟੀ ਲੱਗੀ ਵੀ ਸਰਕਾਰ ਦੇ ਬਾਗੀ ਮੱਸੇ ਚੌਧਰੀ ਦੇ ਕਾਤਲ ਕਿਸੇ ਵੀ ਹਾਲਤ ਦੇ ਵਿੱਚ ਪਕੜੇ ਜਾਣੇ ਚਾਹੀਦੇ ਹਨ। ਤਾਂ ਸਾਧ ਸੰਗਤ ਬੜਾ ਜਬਰ ਹੋਣ ਲੱਗਾ, ਬੜਾ ਜ਼ੁਲਮ ਹੋਣ ਲੱਗਾ। ਮੀਰਾਂਕੋਟ ਪਿੰਡ ਨੂੰ ਘੇਰੇ ਦੇ ਵਿੱਚ ਲੈਣ ਲੱਗੀਆਂ ਫੌਜਾਂ। ਪਿੰਡ ਦੇ ਬੇਦੋਸ਼ੇ ਲੋਕਾਂ ਤੇ ਤਸ਼ੱਦਦ ਦੀ ਖਬਰ ਮਤਾਬ ਸਿੰਘ ਦੇ ਕੋਲ ਪਹੁੰਚੀ ਤੇ ਭਾਈ ਤਾਰੂ ਸਿੰਘ ਦੇ ਫੜੇ ਜਾਣ ਦੀ ਖਬਰ ਪਹੁੰਚੀ। ਭਾਈ ਤਾਰੂ ਸਿੰਘ ਤੇ ਹੋ ਰਹੇ ਤਸ਼ੱਦਦ ਦੀ ਖਬਰ ਪਹੁੰਚੀ। ਭਾਈ ਮਤਾਬ ਸਿੰਘ ਦੇ ਅੰਦਰੋਂ ਇਹ ਹਲੂਣਾ ਵੱਜਾ, ਮਤਾਬ ਸਿੰਘਾ ਜਦੋਂ ਤੁਰਿਆ ਸੀ ਉਦੋਂ ਆਖਦਾ ਸੀ ਇਹ ਤਨ ਮਨ ਧਨ ਇਹ ਸਭ ਕੁਝ ਗੁਰੂ ਦਾ ਏ, ਤੇ ਫਿਰ ਇਹ ਸਿਰ ਕਿਹਦਾ? ਇਹ ਵੀ ਤਾਂ ਕੌਮ ਦਾ ਹੈ ਨਾ। ਜਿਹੜਾ ਕਾਰਜ ਗੁਰਦੇਵ ਨੇ ਤੇਰੇ ਤੋਂ ਕਰਵਾਉਣਾ ਸੀ ਉਹ ਕਰਵਾ ਲਿਆ, ਤੇ ਹੁਣ ਕਿਉਂ ਐਵੇਂ ਕਹਿਰਾਂ ਵਾਂਗੂ ਲੁਕਦਾ ਫਿਰਦਾ ਹੈ? ਆਪਣੇ ਵੀਰ ਦੇ ਨਾਲ ਜਾਂਦੀ ਵਾਰ ਦਾ ਮਿਲਾਪ ਕਰ ਤੇ ਪਿੰਡ ਦੇ ਲੋਕਾਂ ਨੂੰ ਹੋ ਰਹੇ ਤਸ਼ੱਦਦ ਤੋਂ ਮੁਕਤ ਕਰਵਾ। ਆਓ ਵੇਖੀਏ ਕੈਸਾ ਜਜ਼ਬਾ ਔਰ ਕੈਸੀ ਗੈਰਤ ਭਾਈ ਮਤਾਬ ਸਿੰਘ ਦੇ ਹਿਰਦੇ ਦੇ ਵਿੱਚ ਜਾਗੀ ਔਰ ਉਹਨਾਂ ਨੇ ਜੋ ਨਿਰਣਾ ਲਿਆ ਕਵਿਤਾ ਦੇ ਵਿੱਚ ਇੰਜ ਬਿਆਨ। ਹੋਈ ਖਬਰ ਮਹਿਤਾਬ ਸਿੰਘ ਨੂੰ ਤਾਰੂ ਸਿੰਘ ਗਿਆ ਫੜਿਆ ਹੈ, ਬੰਦੀ ਕੀਤਾ ਖਾਨ ਜ਼ਕਰੀਏ ਵਿੱਚ ਸੰਗਲਾਂ ਦੇ ਜੜਿਆ ਹੈ। ਪੱਕਾ ਤਾਰਿਆ ਫੇਰ ਇਰਾਦਾ
ਨਾਲ ਖਲੋਵਾਂਗਾ ਆਖੇ ਵਿੱਚ ਲਾਹੌਰ ਦੇ ਜਾ ਕੇ ਆਪ ਪੇਸ਼ ਮੈਂ ਹੋਵਾਂਗਾ। ਆਓ ਵੀਰ ਵੀਰਾਂ ਦੀਆਂ ਬਾਹਾਂ ਹੁੰਦੇ, ਵੀਰ ਵੀਰਾਂ ਦੀਆਂ ਬਾਹਾਂ ਹੁੰਦੇ, ਮੈਂ ਨਾ ਇਹ ਗੱਲ ਭੁੱਲਾਂਗਾ। ਧਰਮ ਤਰਾਜੂ ਤਾਰੂ ਸਿੰਘ ਜੋ ਮੈਂ ਵੀ ਉਦਾਂ ਤੁਲਾਂਗਾ। ਲੱਗ ਰਹੇ ਜੋ ਜ਼ੁਲਮੀ ਧੱਬੇ ਨਾਲ ਖੂਨ ਦੇ ਧੋਵਾਂਗਾ ਆਖੇ ਵਿੱਚ ਲਾਹੌਰ ਦੇ ਜਾ ਕੇ ਆ ਪੇਸ਼ ਮੈਂ ਹੋਵਾਂਗਾ। ਆਓ ਬਹੁਤਾ ਚਿਰ ਲੁਕ ਲੁਕ ਕੇ ਰਹਿਣਾ ਸ਼ੇਰਾਂ ਦਾ ਇਹ ਕੰਮ ਨਹੀਂ। ਧਰਮ ਦੀ ਖਾਤਰ ਮਰਨਾ ਚੰਗਾ ਕੰਮ ਆਵਣਾ ਚੰਮ ਨਹੀਂ। ਓ ਸਿੱਖੀ ਦੇ ਬੂਟੇ ਵਿੱਚ ਮੈਂ ਵੀ ਖੂਨ ਆਪਣਾ ਚੋਵਾਂਗਾ ਆਖੇ ਵਿੱਚ ਲਾਹੌਰ ਦੇ ਜਾ ਕੇ ਆ ਪੇਸ਼ ਮੈਂ ਹੋਵਾਂਗਾ। ਆਓ ਮੱਸਾ ਵੱਡਿਆ ਦੋਸ਼ ਜੋ ਮੰਨਦੇ, ਮੱਸਾ ਵੱਡਿਆ ਦੋਸ਼ ਜੋ ਮੰਨਦੇ, ਤੁਰਕਾਂ ਕੋਲ ਕਬੂਲ ਕਰਾਂ। ਕਰਨਾ ਜੋ ਸਿੱਖੀ ਲਈ ਕਰਨਾ, ਕੰਮ ਨਾ ਕੋਈ ਫਜ਼ੂਲ ਕਰਾਂ। ਆਓ ਲੇਖਾ ਜੋਖਾ ਜਾਊਂ ਮੁਕਾ ਕੇ, ਲੇਖਾ ਜੋਖਾ ਜਾਊਂ ਮੁਕਾ ਕੇ, ਬੋਝ ਕੋਈ ਨਾ ਢੋਵਾਂਗਾ ਆਖੇ ਵਿੱਚ ਲਾਹੌਰ ਦੇ ਜਾ ਕੇ ਆ ਪੇਸ਼ ਮੈਂ ਹੋਵਾਂਗਾ। ਕਲਗੀਧਰ ਦਸ਼ਮੇਸ਼ ਸਿਖਾਇਆ ਹੱਸ ਕੇ ਬਿਪਤਾ ਜਰ ਲੈਣੀ। ਬੌਰ ਨਾ ਮਰਨਾ ਹੋਵੇ ਸਾਡਾ ਐਸੀ ਮਰਨੀ ਮਰ ਲੈਣੀ। ਸੂਤ ਅਣਖ ਦੀ ਮਾਲਾ ਦੇ ਵਿੱਚ ਆਪਣਾ ਸੀਸ ਪਰਵਾਂਗਾ ਆਖੇ ਵਿੱਚ ਲਾਹੌਰ ਦੇ ਜਾ ਕੇ ਆ ਪੇਸ਼ ਮੈਂ ਹੋਵਾਂਗਾ। ਆਓ ਐਸਾ ਜਜ਼ਬਾ ਅਜਬ ਬਖਸ਼ਿਆ, ਐਸਾ ਜਜ਼ਬਾ ਅਜਬ ਬਖਸ਼ਿਆ ਸਾਨੂੰ ਸਾਡੇ ਸਤਿਗੁਰ ਨੇ। ਬੜਾ ਹੌਸਲਾ ਗਜਬ ਬਖਸ਼ਿਆ ਸਾਨੂੰ ਸਾਡੇ ਸਤਿਗੁਰ ਨੇ। ਗੈਰਤ ਦੇ ਫਲ ਜਿਸ ਨੂੰ ਲੱਗਣੇ ਬੀਜ ਸ਼ਹੀਦੀ ਬੋਵਾਂਗਾ ਆਖੇ ਵਿੱਚ ਲਾਹੌਰ ਦੇ ਜਾ ਕੇ ਆ ਪੇਸ਼ ਮੈਂ ਹੋਵਾਂਗਾ। ਹਰਖ ਸੋਗ ਹੈ ਇੱਕ ਬਰਾਬਰ, ਗੁਰਮੁਖ ਨੂੰ ਕੋਈ ਅਸਰ ਨਹੀਂ। ਲਿਖੇ ਸੱਚ ਗੁਰਜੰਟ ਸਿੰਘ ਜੀ ਜਿਸ ਵਿੱਚ ਕੋਈ ਕਸਰ ਨਹੀਂ। ਓ ਲਾੜੀ ਮਾਤ ਵਿਆਹਾਂ ਹੱਸ ਕੇ, ਲਾੜੀ ਮੌਤ ਵਿਆਹਾਂ ਹੱਸ ਕੇ ਡਰ ਕੇ ਕਦੇ ਨਾ ਰੋਵਾਂਗਾ ਆਖੇ ਵਿੱਚ ਲਾਹੌਰ ਦੇ ਜਾ ਕੇ ਆ ਪੇਸ਼ ਮੈਂ ਹੋਵਾਂਗਾ ਆਖੇ ਵਿੱਚ ਲਾਹੌਰ ਦੇ ਜਾ ਕੇ ਆਪ ਪੇਸ਼ ਮੈਂ ਹੋਵਾਂਗਾ। ਗੈਰਤਮੰਦ ਕਦੇ ਅਣਖ ਤੇ ਗੈਰਤ ਦੇ ਵਾਸਤੇ ਲਾੜੀ ਮੌਤ ਵਰਨ ਤੋਂ ਡਰਦੇ ਨਹੀਂ। ਪਰਵਾਨੇ ਕਦੇ ਸ਼ਮਾ ਤੇ ਕੁਰਬਾਨ ਹੋਣ ਤੋਂ ਟਲਦੇ ਨਹੀਂ। ਪਰਵਾਨਿਆਂ ਦੀ ਪਾਲ ਦੇ ਵਿੱਚ ਇੱਕ ਭੂੰਡ ਸ਼ਾਮਲ ਹੋ ਗਿਆ, ਆਪਣੇ ਚਿੱਟੇ ਖੰਭ ਲਾ ਲਏ। ਇਹ ਪ੍ਰਮਾਣ ਇੱਕ ਸਾਧ ਸੰਗਤ ਸੰਸਾਰ ਦੇ ਅੰਦਰ ਪ੍ਰਮਾਣ ਤੇ ਅਲੰਕਾਰ ਸੇਧ ਵਾਸਤੇ ਹੋਇਆ ਕਰਦੇ ਨੇ। ਮਹਾਂਪੁਰਖਾਂ ਨੇ ਪ੍ਰਮਾਣ ਲਿਖਿਆ ਵੀ ਭੂੰਡ ਇੱਕ ਖੰਭ ਚਿੱਟੇ ਲਾ ਲਏ ਤੇ ਪਰਵਾਨਿਆਂ ਨੂੰ ਕਹਿਣ ਲੱਗਾ ਮੈਂ ਵੀ ਪਰਵਾਨਾ ਹਾਂ। ਆਪਸ ਦੇ ਵਿੱਚ ਲੜਾਈ ਕਰਨ ਤੋਂ ਚੰਗਾ ਇਹ ਹੈ ਕਿ ਇਹਦਾ ਨਤਾਰਾ ਕੱਢਿਆ ਜਾਵੇ। ਸਿਆਣਿਆਂ ਪਰਵਾਨਿਆਂ ਨੇ ਆਖਿਆ ਵੀ ਕੋਈ ਗੱਲ ਨਹੀਂ, ਰਾਤ ਪੈ ਲੈਂਦੇ ਹੋ। ਰਾਤ ਪਈ ਤੇ ਉਹਨੂੰ ਆਖਿਆ ਵੀ ਤੂੰ ਪਰਵਾਨਾ ਹੈ? ਕਹਿਣ ਲੱਗਾ ਹਾਂ ਮੈਂ ਵੀ ਪਰਵਾਨਾ ਹਾਂ। ਉਹਨਾਂ ਨੇ ਆਖਿਆ ਜਾ ਲਾਗਲੇ ਪਿੰਡ ਵੇਖ ਕੇ ਆ ਵੀ ਹਨੇਰਾ ਹੋ ਗਿਆ ਹੈ, ਉੱਥੇ ਲਾਟਾਂ ਦੀਵੇ ਜਗ ਗਏ ਹੈ ਜਾਂ ਨਹੀਂ। ਗਿਆ ਤੇ ਪਰਤ ਆਇਆ ਚਾਨਣ ਵੇਖ ਕੇ, ਲਾਟਾਂ ਜਗਦੀਆਂ ਵੇਖ ਕੇ। ਉਹਨੇ ਆਖਿਆ ਹਾਂ ਜਗ ਗਈਆਂ ਨੇ ਲਾਈਟਾਂ, ਸ਼ਮਾ ਜਗ ਗਈ ਹੈ, ਦੀਵੇ ਜਗ ਰਹੇ ਨੇ। ਉਹਨਾਂ ਨੇ ਆਖਿਆ ਤੇਰੇ ਬਿਆਨ ਤੋਂ ਪਤਾ ਲੱਗ ਗਿਆ ਵੀ ਤੂੰ ਪਰਵਾਨਾ ਨਹੀਂ ਹੈ। ਜੇ ਪਰਵਾਨਾ ਹੁੰਦਾ ਤੇ ਵਾਪਸ ਦੱਸਣ ਵਾਸਤੇ ਨਹੀਂ ਸੀ ਆਉਂਦਾ, ਸ਼ਮਾ ਦੇ ਉੱਪਰੋਂ ਕੁਰਬਾਨ ਹੋ ਜਾਣਾ ਸੀ। ਸਾਧ ਸੰਗਤ, ਅਜੋਕੇ ਸਮੇਂ ਦੇ ਅੰਦਰ ਐਸੇ ਕੌਮੀ ਪਰਵਾਨੇ ਬਹੁਤ ਨੇ ਜਿਹੜੇ ਲਿਬਾਸ ਦੇ ਨਾਲ ਜਾਂ ਤਕਰੀਰਾਂ ਦੇ ਨਾਲ ਆਪਣੇ ਆਪ ਨੂੰ ਪਰਵਾਨੇ ਅਖਵਾਉਂਦੇ ਨੇ, ਪਰ ਉਹ ਵਿਰਲੇ ਹੁੰਦੇ ਨੇ ਜਿਹਦੇ ਭਾਈ ਸਰਬਜੀਤ ਸਿੰਘ ਵਰਗੇ ਜਿਹੜੇ ਆਜ਼ਾਦੀ ਦੀ ਸ਼ਮਾ ਤੋਂ ਪ੍ਰਵਾਨ ਹੋ ਜਾਂਦੇ ਨੇ।
ਉਹ ਕਦੇ ਵਾਪਸ ਨਹੀਂ ਪਰਤਦੇ। ਕੌਮੀ ਸੰਘਰਸ਼ ਦੇ ਅੰਦਰ ਚੱਲੇ ਇਹ ਸ਼ਬਦ ਪੜ੍ਹਦੇ ਨੇ ਗੁਰਬਾਣੀ ਦਾ ਕਿ ਅਗਾਹਾਂ ਕੂ ਤਰਾਗ ਪਿੱਛਾ ਫੇਰ ਨਾ ਮੋਢੜਾ। ਐਸੇ ਸੂਰਮਿਆਂ ਦੀਆਂ ਯਾਦਾਂ ਦੇ ਅੰਦਰ ਜਦੋਂ ਅਸੀਂ ਜੁੜਦੇ ਹਾਂ ਤੇ ਤਾਂ ਜੁੜਦੇ ਹਾਂ ਕਿ ਸਾਡੇ ਅੰਦਰ ਵੀ ਉਹ ਜਜ਼ਬਾ ਪੈਦਾ ਹੋਵੇ ਆਪਣੀ ਕੌਮ ਵਾਸਤੇ ਕੁਝ ਕਰਨ ਦਾ। ਸਾਧ ਸੰਗਤ, ਉਹਨਾਂ ਸ਼ਹੀਦਾਂ ਨੇ, ਉਹਨਾਂ ਯੋਧਿਆਂ ਨੇ ਜਿਨ੍ਹਾਂ ਨੇ ਕੌਮੀ ਆਜ਼ਾਦੀ ਵਾਸਤੇ ਰੱਤ ਡੋਲੀ, ਉਹ ਕਦੇ ਬਿਰਥੀ ਨਹੀਂ ਜਾ ਸਕਦੀ। ਉਹਨਾਂ ਦਾ ਜੀਵਨ, ਉਹਨਾਂ ਦਾ ਇਤਿਹਾਸ ਸਦਾ ਆਉਣ ਵਾਲਿਆਂ ਨੂੰ ਇਹ ਜਜ਼ਬਾ ਦਿੰਦਾ ਰਹੇਗਾ, ਉਹਨਾਂ ਦਾ ਮਾਰਗਦਰਸ਼ਨ ਕਰਦਾ ਰਹੇਗਾ ਕਿ ਇਹ ਸ਼ਹਾਦਤਾਂ ਹੋਈਆਂ ਕਾਹਦੇ ਵਾਸਤੇ। ਕਿ ਉਹਨਾਂ ਨੇ ਆਪਣੇ ਸਵਾਰਥ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ ਕੁਝ ਕੀਤਾ? ਨਹੀਂ, ਕੌਮ ਦੀ ਅਣਖ ਤੇ ਗੈਰਤ ਨੂੰ ਜਿੰਦਾ ਰੱਖਣ ਦੇ ਵਾਸਤੇ। ਜਿੰਨੀਆਂ ਸ਼ਹਾਦਤਾਂ ਹੋਈਆਂ ਕੌਮੀ ਅਣਖ ਗੈਰਤ ਨੂੰ ਜਿੰਦਾ ਰੱਖਣ ਵਾਸਤੇ ਹੋਈਆਂ। ਜਿਹੜੀਆਂ ਕੌਮਾਂ ਦੇ ਵਿੱਚ ਸ਼ਹਾਦਤਾਂ ਨਹੀਂ ਹੋਈਆਂ, ਬਹੁਤ ਸਾਰੇ ਮਤ, ਸਭ ਤੋਂ ਜ਼ਿਆਦਾ ਮਤ ਸਾਡੀ ਇਸ ਭਾਰਤ ਵਰਸ਼ ਦੀ ਧਰਤੀ ਤੇ ਚੱਲੇ, ਪਰ ਜਿੱਥੇ ਸ਼ਹਾਦਤ ਦਾ ਚਾਅ ਨਹੀਂ ਸੀ ਜਿਹਦੇ ਪੈਰੋਕਾਰਾਂ ਨੂੰ, ਉਹਨਾਂ ਨੂੰ ਦੱਬ ਕੁਚਲ ਦਿੱਤਾ ਗਿਆ। ਅਜਾਨੀ ਬੋਧੀ ਕਿੰਨੇ ਕੁ ਰਹਿ ਗਏ ਨੇ? ਕੇਵਲ ਨਾਮ ਮਾਤਰ ਹੀ ਰਹਿ ਗਏ ਨੇ। ਵਿਚਾਰ ਨੂੰ ਨਹੀਂ ਜ਼ਿਆਦਾ ਚਿਰ ਜਿਉਂਦਾ ਰਹਿਣ ਦਿੱਤਾ ਜਾਂਦਾ। ਵਿਚਾਰ ਦੇ ਨਾਲ ਨਾਲ ਜਿਹੜੀ ਤਲਵਾਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਹ ਵਿਚਾਰ ਦੀ ਰਾਖੀ ਕਰਦੀ ਹੈ। ਤੇ ਅੱਜ ਵੀ ਸਾਧ ਸੰਗਤ, ਸਾਡੀ ਵਿਚਾਰਧਾਰਾ ਨੂੰ ਬਦਲਣ ਤੇ ਇਹ ਬੜੀ ਕੋਝੀ ਘਾਟ ਘੜੀ ਗਈ ਹੈ। ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਫਰਕ ਪਾਉਣ ਵਾਸਤੇ ਜਾਂ ਸਾਡੇ ਵਿੱਚ ਪ੍ਰਚਾਰਕ ਸ਼੍ਰੇਣੀਆਂ ਐਸੀਆਂ ਵਾੜ ਦਿੱਤੀਆਂ ਜਿਹੜੇ ਸਾਡੇ ਵਰਗੇ ਨੇ, ਸਾਡੇ ਵੀਰ ਨੇ, ਸਿੱਖ ਨੇ, ਪਰ ਉਲਝਾ ਦਿੱਤੇ ਗਏ। ਸਾਡੀ ਵਿਚਾਰਧਾਰਾ ਨੂੰ ਬਦਲਣ ਵਾਸਤੇ, ਵਿਚਾਰ ਦੀ ਰਾਖੀ ਕਰਨ ਵਾਸਤੇ ਗੁਰਦੇਵ ਨੇ ਤਲਵਾਰ ਬਖਸ਼ਿਸ਼ ਕੀਤੀ ਹੈ। ਔਰ ਅਸੀਂ ਇੰਨੀ ਜਲਦੀ ਲੜਾਈ ਦੀ ਗੱਲ ਨਹੀਂ ਕਰਦੇ ਔਰ ਲੜਦੇ ਵੀ ਨਹੀਂ। ਪੰਜਵੇਂ ਪਾਤਸ਼ਾਹ ਤੱਕ ਸਬਰ ਦਾ, ਸ਼ਾਂਤੀ ਦਾ ਪੱਖ ਰੱਖਿਆ। ਜਦੋਂ ਬਗਦਾਦ ਵਾਲੇ ਰੋੜੇ ਲੈ ਕੇ ਦੌੜ ਰਹੇ ਸੀ ਤੇ ਧੰਨ ਸ੍ਰੀ ਗੁਰੂ ਨਾਨਕ ਨਿਰੰਕਾਰੀ ਉਦੋਂ ਫੌਜਾਂ ਵੀ ਸਾਜ ਸਕਦੇ ਸਨ। ਜੇ ਉਹਨਾਂ ਨੂੰ ਜੜ ਕਰ ਸਕਦੇ ਸੀ ਤੇ ਕੀ ਨਹੀਂ ਸੀ ਕਰ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਸ਼ਾਂਤੀ ਦਾ, ਸਬਰ ਦਾ ਪੱਖ ਵਰਤਿਆ। ਜਦੋਂ ਸਿੱਧ ਤਕਰਾਰਾਂ ਕਰਦੇ ਸੀ, ਭਾਈ ਮਰਦਾਨਾ ਜੀ ਕਹਿੰਦਾ ਸੀ, ਗੁਰਦੇਵ ਆਗਿਆ ਦਿਓ ਮੈਂ ਇਹਨਾਂ ਨੂੰ ਕੀਤੀ ਦਾ ਫਲ ਭੁਗਤਾਵਾਂ। ਮਹਾਰਾਜ ਨੇ ਆਖਿਆ ਨਹੀਂ, ਅਜੇ ਸ਼ਾਂਤੀ ਦਾ ਪੱਖ ਹੈ। ਜੰਗ ਉਦੋਂ ਵੀ ਹੋ ਸਕਦੀ ਸੀ ਜਦੋਂ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਸੀ ਤੇ ਸਾਈਂ ਮੀਆਂ ਮੀਰ ਕਹਿੰਦਾ ਸੀ, ਗੁਰਦੇਵ ਆਗਿਆ ਦਿਓ, ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਪਰ ਅਸੀਂ ਸਬਰ ਦਾ ਸਿਖਰ ਪੇਸ਼ ਕੀਤਾ ਹੈ ਸਾਡੇ ਸਤਿਗੁਰਾਂ ਨੇ। ਤੱਤੀ ਤਵੀ ਤੇ ਬੈਠ ਗਏ, ਦੇਗਾਂ ਵਿੱਚ ਉਬਾਲੇ ਗਏ, ਤੱਤਾ ਰੇਤਾ ਸੀਸ ਦੇ ਵਿੱਚ ਉਬਾਲਿਆ। ਜਦੋਂ ਜਦੋਂ ਵੀ ਜਾਬਰ ਨੇ ਸਾਡੇ ਸਬਰ ਦਾ ਇਮਤਿਹਾਨ ਲਿਆ ਹੈ, ਸਾਡੇ ਸਬਰ ਦੇ ਅੱਗੇ ਵੀ ਜਬਰ ਆ ਰਿਹਾ ਹੈ ਤੇ ਸਾਡੀ ਤਲਵਾਰ ਦੇ ਅੱਗੇ ਵੀ ਜਬਰ ਨਹੀਂ ਠਹਿਰ ਸਕਿਆ। ਸਾਧ ਸੰਗਤ, ਅੱਜ ਕੌਮ ਕਿੰਨਾ ਸਬਰ ਕਰ ਰਹੀ ਹੈ। ਜਵਾਨੀਆਂ ਜੇਲ੍ਹਾਂ ਦੇ ਵਿੱਚ ਸਾਰੀਆਂ ਬੀਤ ਗਈਆਂ। ਕਿੰਨੇ ਕਿੰਨੇ ਸਾਲ ਬੇਦੋਸ਼ੇ ਸਿੱਖ ਨੌਜਵਾਨ ਵੀਰ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਨੇ। ਤੇ ਭਾਰਤ ਦਾ ਸੰਵਿਧਾਨ ਇਉਂ ਕਹਿ ਲਈਏ ਸਾਡੇ ਵਾਸਤੇ ਤਾਂ ਇਹ ਬਣਿਆ ਹੀ ਨਹੀਂ ਔਰ ਨਾ ਸਾਨੂੰ ਇਹਦੇ ਤੋਂ ਕੋਈ ਇਨਸਾਫ ਦੀ ਉਮੀਦ ਰੱਖਣੀ ਚਾਹੀਦੀ ਹੈ। ਸਾਡਾ ਇਤਿਹਾਸ ਹੀ ਸਾਡੀ ਅਗਵਾਈ ਕਰੇਗਾ ਔਰ ਕਰਦਾ ਆਇਆ ਹੈ। ਆ ਤਾਂ ਹੁਣ ਕੁਝ ਦਹਾਕਿਆਂ ਤੋਂ ਅਸੀਂ ਠੰਡੇ ਹੋ ਕੇ ਬੈਠ ਗਏ। ਜਦੋਂ ਆਪਾਂ ਤਵਾਰੀਖ ਪੜ੍ਹਦੇ ਹਾਂ ਤੇ ਉਹ ਗੈਰਤਮੰਦ ਯੋਧੇ ਜਿਨ੍ਹਾਂ ਦੇ ਵਾਸਤੇ ਧਾਰਨਾ ਬਣਾਈ ਗਈ ਸੀ ਕਿ ਜਿਣ ਕੇ ਸਿਰ ਪਰ ਦਿਸੈ ਕੇਸ, ਰਹਿਣ ਨਾ ਪਾਵੇਂ ਆਪਣੇ ਦੇਸ਼, ਵੀ ਸਿੱਖ ਰਹਿਣ ਹੀ ਕੋਈ ਨਹੀਂ ਦੇਣਾ। ਜਿਹਦੇ ਚਿਹਰੇ ਤੇ ਦਾੜਾ ਹੈ ਤੇ ਜਿਹਦੇ ਸੀਸ ਤੇ ਕੇਸ ਹੈ, ਉਹਨਾਂ ਵਿੱਚੋਂ ਰਹਿਣ ਹੀ ਕੋਈ ਨਹੀਂ ਦੇਣਾ। ਤੇ ਤੁਹਾਡੇ ਵਡੇਰੇ ਉਦੋਂ ਵੀ ਕਹਿੰਦੇ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ। ਆਖਰ ਜਦੋਂ ਤੇਗ ਦੇ ਜ਼ੋਰ ਦੇ ਅੱਗੇ ਝੁਕ ਕੇ ਜ਼ਾਲਮ ਨੇ ਆਖਿਆ ਵੀ ਸੰਧੀ ਕਰ ਲਈਏ ਕਿਸੇ ਹਿਸਾਬ ਦੇ ਨਾਲ, ਇਹਨਾਂ ਦੇ ਨਾਲ ਨਵਾਬੀਆਂ ਪੇਸ਼ ਕੀਤੀਆਂ। ਸਤਿਕਾਰਯੋਗ ਭਾਈ ਗੁਰਜਿੰਦਰ ਸਿੰਘ ਜੀ ਬੜਾ ਉਦਮ ਕਰ ਰਹੇ ਨੇ, ਨਵਾਬ ਕਪੂਰ ਸਿੰਘ ਜੀ, ਤੇ ਉਹਨਾਂ ਨੇ ਆਰਟੀਕਲ ਵੀ ਲਿਖੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਉਹਨਾਂ ਨੂੰ ਪਾਤਰਾਂ ਦਾ ਰੂਪ ਦੇ ਕੇ ਉਹ ਬਹੁਤ ਵੱਡਾ ਉਦਮ ਕਰ ਰਹੇ ਨੇ ਇਸ ਕੌਮੀ ਇਤਿਹਾਸ ਨੂੰ ਸਾਂਭਣ ਵਾਸਤੇ। ਗੁਰਦੇਵ ਕਿਰਪਾ ਕਰਨ। ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਆਖਿਆ ਇਹ ਨਵਾਬੀਆਂ ਨੂਬੀਆਂ ਨਹੀਂ ਸਾਨੂੰ ਚਾਹੀਦੀਆਂ, ਅਸੀਂ ਤਾਂ ਪਾਤਸ਼ਾਹੀ ਦਾਵਾ ਰੱਖਦੇ ਹਾਂ। ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਪਹਿਲੀ ਗੱਲ, ਇੱਥੇ ਹੀ ਲੜ ਕੇ ਰਾਜ ਲਵਾਂਗੇ ਤੁਹਾਡੇ ਤੋਂ ਸ਼ਸਤਰ ਦੇ ਨਾਲ। ਤੇ ਜੇ ਇੱਥੇ ਨਾ ਲਿਆ ਗਿਆ ਸ਼ਹਾਦਤ ਦਾ ਜਾਮ ਪੀ ਕੇ, ਫਿਰ ਦਰਗਾਹ ਦਾ ਰਾਜ ਲਵਾਂਗੇ।
ਕਰਨਾ ਅਸੀਂ ਰਾਜ ਹੀ ਹੈ, ਤਾਬਿਆਦਾਰੀ ਤਾਂ ਕਰਨੀ ਨਹੀਂ ਅਸੀਂ, ਕਿਉਂਕਿ ਸਾਡੇ ਸਤਿਗੁਰਾਂ ਨੇ ਸਾਨੂੰ ਸੱਚੀ ਪਾਤਸ਼ਾਹੀ ਦਾ ਸਿਧਾਂਤ ਬਖਸ਼ਿਸ਼ ਕੀਤਾ ਹੈ। ਸਾਡੇ ਸਤਿਗੁਰਾਂ ਨੇ ਸਾਨੂੰ ਹਲੇਮੀ ਰਾਜ ਬਖਸ਼ਿਆ ਹੈ। ਸਾਡੇ ਤੇ ਟੈਗ ਲੱਗਦੇ ਨੇ ਵੀ ਇਹ ਵੱਖਵਾਦੀ ਨੇ, ਇਹ ਅੱਤਵਾਦੀ ਹੈ। ਨਹੀਂ ਭਾਈ, ਅਸੀਂ ਅੱਤਵਾਦੀ ਜਾਂ ਵੱਖਵਾਦੀ ਨਹੀਂ ਹਾਂ, ਅਸੀਂ ਹਲੇਮੀ ਰਾਜ ਦੇ ਦਾਅਵੇਦਾਰ ਹਾਂ ਔਰ ਅਸੀਂ ਹਲੇਮੀ ਰਾਜ ਕੀਤਾ ਇਸ ਸੰਸਾਰ ਦੇ ਅੰਦਰ। ਸਾਡੇ ਰਾਜ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ, ਵਿਦੇਸ਼ਾਂ ਦੇ ਵਿੱਚ ਵੀ, ਸੱਤ ਸਮੁੰਦਰੋਂ ਪਾਰ ਵੀ ਸਾਡੇ ਰਾਜ ਨੂੰ ਸਲਾਹਿਆ ਜਾਂਦਾ ਹੈ ਔਰ ਇਹ ਰਾਜ ਅਟਲ ਰਾਜ ਹੈ, ਇਹ ਨਿਸ਼ਚਲ ਰਾਜ ਹੈ। ਖਾਲਸੇ ਦੇ ਅੱਜ ਵੀ ਨਿਸ਼ਾਨ ਝੂਲਦੇ ਨੇ, ਖਾਲਸਾ ਅੱਜ ਵੀ ਡੰਕਿਆਂ ਤੇ ਚੋਟਾਂ ਲਾਉਂਦਾ ਹੈ, ਪਰ ਹੋਵੇ ਖਾਲਸਾ। ਜਿਹੜਾ ਖਾਲਸਾ ਹੈ ਸਾਧ ਸੰਗਤ, ਉਹ ਨਹੀਂ ਗੁਲਾਮ। ਆਪਾਂ ਕਹਿੰਦੇ ਵੀ ਗੁਲਾਮ ਹੋ ਗਏ, ਜਿਹੜਾ ਖਾਲਸਾ ਹੈ ਨਾ ਉਹ ਅੱਜ ਵੀ ਆਜ਼ਾਦ ਹੈ। ਪਰ ਸੱਚੇ ਪਾਤਸ਼ਾਹ ਸਾਡੇ ਵਿੱਚ ਖਾਲਸਾਈ ਗੁਣ ਬਖਸ਼ਣ, ਸਾਡੇ ਵਿੱਚ ਖਾਲਸਾਈ ਜਜ਼ਬਾ ਆਵੇ। ਉਹ ਜਜ਼ਬਾ ਜਿਹੜਾ ਕਲਗੀਧਰ ਪਾਤਸ਼ਾਹ ਜੀ ਦੀ ਪਰਿਭਾਸ਼ਾ ਦੱਸਦੇ ਨੇ, ਆਤਮ ਰਸ ਜੋ ਜਾਣ ਹੀ ਸੋ ਹੈ ਖਾਲਸ ਦੇਵ। ਜਦੋਂ ਤੱਕ ਅਸੀਂ ਦੁਨੀਆ ਦੇ ਰਸਾਂ ਵਿੱਚ ਖਚਤ ਹਾਂ, ਜਦੋਂ ਤੱਕ ਅਸੀਂ ਆਪੋ ਧਾਪੀ ਦੇ ਵਿੱਚ ਲੱਗੇ ਹਾਂ, ਜਦੋਂ ਤੱਕ ਸਾਡੇ ਜੀਵਨ ਦੇ ਵਿੱਚ ਸਵਾਰਥ ਹੈ, ਠੀਕ ਹੈ, ਵਿਵਹਾਰ ਕਿਰਤ ਧਰਮ ਦੀ ਗੁਰਦੇਵ ਨੇ ਆਗਿਆ ਕੀਤੀ ਹੈ, ਪਰ ਜਦੋਂ ਤੱਕ ਸਵਾਰਥ ਜਾਂ ਆਪੋ ਧਾਪੀ ਜਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਪ੍ਰਸੰਗ ਸਾਡੇ ਵਿੱਚ ਛਿੜਿਆ ਰਹੇਗਾ, ਉਦੋਂ ਤੱਕ ਅਸੀਂ ਖਾਲਸੇ ਨਹੀਂ ਹੋ ਸਕਦੇ। ਕਿਉਂਕਿ ਖਾਲਸੇ ਉਹ ਹੁੰਦੇ ਨੇ ਜਿਹੜੇ ਆਤਮਿਕ ਰਸ ਨੂੰ ਜਾਣਦੇ ਨੇ। ਆਤਮ ਰਸ ਜੋ ਜਾਣ ਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਣ ਭੇਵ। ਗੁਰਦੇਵ ਕਹਿੰਦੇ ਜਿਹੜਾ ਵਾਕਿਆ ਖਾਲਸਾ ਹੈ, ਪ੍ਰਭੂ ਵਿੱਚ, ਮੇਰੇ ਵਿੱਚ ਤੇ ਉਸ ਖਾਲਸੇ ਦੇ ਵਿੱਚ ਕੋਈ ਭੇਦ ਨਹੀਂ ਹੈ। ਉਹ ਖਾਲਸੇ ਸੰਤ ਭਾਈ ਮਤਾਬ ਸਿੰਘ ਜੀ, ਉਹਨਾਂ ਨੇ ਆਖਿਆ ਅਣਖ ਤੇ ਗੈਰਤ ਦਾ ਜਿਹੜਾ ਸਬਕ ਗੁਰਦੇਵ ਨੇ ਪੜ੍ਹਾਇਆ ਹੈ ਉਹਨੂੰ ਹੁਣ ਦੁਹਰਾਉਣਾ ਹੈ। ਭਾਈਓ ਮੈਂ ਜਾ ਰਿਹਾ ਹਾਂ, ਮੇਰੇ ਵੀਰ ਦਾ ਖੋਪਰ ਲੱਥਾ ਹੈ ਔਰ ਮੈਨੂੰ ਉਹ ਉਡੀਕ ਰਿਹਾ ਹੈ। ਮੈਂ ਜਾਂਦੀ ਵਾਰ ਦਾ ਪਿਆਰ ਨਿਭਾਵਾਂਗਾ। ਕੈਸੀਆਂ ਮੁਹੱਬਤ ਦੀਆਂ ਬਾਤਾਂ ਸਾਡਾ ਇਤਿਹਾਸ ਪਾਉਂਦਾ ਹੈ। ਅੱਜ ਸਾਧ ਸੰਗਤ ਆਪੋ ਧਾਪੀ ਦੇ ਸ਼ਿਕਾਰ, ਰਿਸ਼ਤੇਦਾਰੀਆਂ ਦਾ ਕਾਣ, ਪਰਿਵਾਰਕ ਭਾਈਚਾਰਕ ਸਾਂਝਾਂ ਦਾ ਕਾਣ, ਕਈ ਵਾਰੀ ਉਹ ਭਾਸਦਾ ਹੈ ਕਿ ਸਭ ਕੁਝ ਐਵੇਂ ਕਿਵੇਂ ਹੀ ਹੈ। ਦੁਨੀਆ ਦੇ ਅੰਦਰ ਜਿਹੜੀਆਂ ਮਿਸਾਲਾਂ ਸਾਡੇ ਵਡੇਰੇ ਕਾਇਮ ਕਰ ਗਏ, ਅਸੀਂ ਉਹਨਾਂ ਤੇ ਨਹੀਂ ਚੱਲ ਸਕੇ। ਸਾਧ ਸੰਗਤ ਜੇ ਚੱਲਦੇ ਹੁੰਦੇ ਤੇ ਅੱਜ ਇੰਨੇ ਫਿਰਕੇ ਨਾ ਸਾਡੇ ਬਣਦੇ, ਅੱਜ ਇੰਨੇ ਮਤਭੇਦ ਨਾ ਸਾਡੇ ਅੰਦਰ ਆਉਂਦੇ। ਗੁਰਦੇਵ ਸੱਚੇ ਪਾਤਸ਼ਾਹ ਦੀ ਇਹ ਫੁਲਵਾੜੀ, ਇਸ ਸਿੱਖੀ ਨੂੰ ਅਸੀਂ ਸਮਝਦੇ ਤੇ ਫੁਲਵਾੜੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਨੇ, ਰੰਗ ਬਰੰਗੇ ਫੁੱਲਾਂ ਨੂੰ ਮਿਲ ਕੇ ਫੁਲਵਾੜੀ ਬਣਦੀ ਹੈ। ਗੁਰੂ ਕੇ ਸਿੱਖ ਥਾਂ ਪਰ ਥਾਂ ਜਿੱਥੇ ਵੀ ਕਾਰਜ ਕਰਦੇ ਨੇ, ਉਹਨਾਂ ਦੀ ਕਦੇ ਕੋਈ ਨਿੰਦਾ ਨਾ ਕਰਦਾ। ਜਿਹੜੀ ਜਿਹੜੀ ਡਿਊਟੀ ਜਿਹਨੂੰ ਕਿਹਨੂੰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜਿਵੇਂ ਗੁਰਦੇਵ ਨੇ ਲਾਇਆ ਹੈ, ਉਹ ਲੱਗਾ ਹੋਇਆ ਹੈ। ਅਜੋਕੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਸਾਡਾ ਆਪਸੀ ਇਤਫਾਕ ਤੇ ਉੱਚਾ ਇਖਲਾਕ ਹੈ। ਜਦੋਂ ਅਸੀਂ ਇਹ ਕਾਇਮ ਕਰ ਲਿਆ, ਉਦੋਂ ਜਿੱਤਾਂ ਸਾਡੇ ਚਰਨ ਚੁੰਮਣਗੀਆਂ। ਖਾਲਸਾ ਜੀ, ਭਾਈ ਮਤਾਬ ਸਿੰਘ ਦਾ ਉਹ ਜਜ਼ਬਾ ਆਪਣੇ ਜਥੇ ਦੇ ਸਿੰਘਾਂ ਦੇ ਸਾਹਮਣੇ ਰਸਨਾ ਤੋਂ ਉਚਾਰਨ ਹੋਇਆ ਵੀ ਮੈਂ ਜਾ ਰਿਹਾ ਹਾਂ ਆਪਣੇ ਵੀਰ ਨਾਲ ਮਿਲਾਪ ਵਾਸਤੇ। ਕਹਿੰਦੇ ਨੇ ਬਾਕੀ ਸਾਰੇ ਸ਼ਸਤਰ ਨਾਲ ਦੇ ਜਥੇ ਵਾਲੇ ਸਿੱਖਾਂ ਨੂੰ ਦੇ ਦਿੱਤੇ ਵੀ ਤੁਹਾਡੇ ਕੰਮ ਆਉਣਗੇ। ਇੱਕ ਡੰਡਾ ਆਪਣੇ ਹੱਥ ਦੇ ਵਿੱਚ, ਇੱਕ ਸੋਟਾ ਲੈ ਲਿਆ ਤੇ ਸਾਧ ਸੰਗਤ ਸਰੈਂਡਰ ਕਰਨ ਦੇ ਵਾਸਤੇ ਸਮੇਂ ਦੀ ਹਕੂਮਤ ਨੂੰ ਭਾਈ ਮਤਾਬ ਸਿੰਘ ਜੀ ਆਪਣੇ ਪਿੰਡ ਦੇ ਚੁਰਾਹੇ ਦੇ ਵਿੱਚ ਆ ਕੇ ਆਵਾਜ਼ ਦਿੰਦੇ ਨੇ ਵੀ ਮੈਂ ਮਤਾਬ ਸਿੰਘ ਹਾਂ, ਮੱਸਾ ਹਰਮੰਦਰ ਦੀ ਬੇਅਦਬੀ ਕਰਦਾ ਸੀ ਤੇ ਜੇ ਉਹਦਾ ਸਿਰ ਵੱਢਣਾ ਤੁਸੀਂ ਦੋਸ਼ ਮੰਨਦੇ ਹੋ ਤੇ ਫਿਰ ਮੈਂ ਤੁਹਾਡਾ ਦੋਸ਼ੀ ਹਾਂ। ਨੂਰਦੀਨ ਨੇ ਸਿਪਾਹੀਆਂ ਨੂੰ ਆਗਿਆ ਦਿੱਤੀ, ਜਲਦੀ ਦੇ ਨਾਲ ਹੱਥ ਕੜੀਆਂ ਲਾਈਆਂ ਗਈਆਂ ਤੇ ਇਹ ਗੱਲ ਦਾ ਵਿਸ਼ਵਾਸ ਨਹੀਂ ਹੁੰਦਾ ਵੀ ਵਾਕਿਆ ਇਹ ਮਤਾਬ ਸਿੰਘ ਹੈ। ਨਗਰ ਦੇ ਘੇਰੇ ਘੇਰੇ ਘੁਮਾਉਂਦੇ ਨੇ, ਪੁੱਛਦੇ ਨੇ ਮਤਾਬ ਸਿੰਘ ਹੀ ਹੈ। ਪਰ ਐਸੀ ਹਮਦਰਦੀ ਗੁਰੂ ਕੇ ਸਿੱਖਾਂ ਵਿੱਚ ਕਹਿੰਦੇ ਵੀ ਅਸੀਂ ਨਹੀਂ ਇਹਨੂੰ ਪਛਾਣਿਆ, ਇਹ ਨਹੀਂ ਮਤਾਬ ਸਿੰਘ। ਪਰ ਜਦੋਂ ਭਾਈ ਮਤਾਬ ਸਿੰਘ ਦੁਬਾਰਾ ਰਟਣ ਲਾਉਂਦਾ ਹੈ ਕਿ ਮੈਂ ਮਤਾਬ ਸਿੰਘ ਹਾਂ, ਸੋ ਲੈ ਕੇ ਗਏ ਨੇ ਲਾਹੌਰ ਦੀ ਲੱਗੀ ਕਚਹਿਰੀ ਦੇ ਅੰਦਰ ਜ਼ਕਰੀਆ ਖਾਨ ਦੇ ਕੋਲੇ। ਗੁਰੂ ਕੇ ਸਿੱਖ ਨੇ ਕੈਸੀ ਅਣਖ ਤੇ ਗੈਰਤ ਦਾ ਸਬੂਤ ਦਿੱਤਾ। ਵੱਡੇ ਵੱਡੇ ਲਾਲਚਾਂ ਨੂੰ ਠਕਰਾਉਂਦਿਆਂ ਗੁਰੂ ਕੇ ਸਿੱਖ ਨੇ ਇਤਿਹਾਸ ਜ਼ਕਰੀਆ ਖਾਨ ਦੀ ਲੱਗੀ ਕਚਹਿਰੀ ਦੇ ਵਿੱਚ ਇੰਜ ਰਚਿਆ। ਮੈਂ ਮਹਿਤਾਬ ਸਿੰਘ ਜਨ ਮੱਸੇ ਦਾ ਸਿਰ ਵੱਢਿਆ ਸੀ, ਗੁਰੂ ਦੀ ਕਰੀ ਬੇਅਦਬੀ ਤਾਂ ਜਿੰਦਾ ਨਾ ਛੱਡਿਆ ਸੀ। ਲਾਲਚ ਤੁਸਾਂ ਦਾ ਤੁਰਕੋ ਕੋਈ ਨਾ ਸਵੀਕਾਰਾਂਗਾ, 4 ਦਿਨਾਂ ਦੀ ਜ਼ਿੰਦਗੀ ਖਾਤਰ ਧਰਮ ਨਹਾਰਾਂਗਾ। ਧਰਮ ਜਾਣ ਤੋਂ ਪਿਆਰਾ ਜੇ
ਕੋਈ ਧਰਮ ਦੇ ਤੁੱਲ ਨਹੀਂ। ਝੂਠਾ ਬੋਲ ਨਾ ਬੋਲਾਂਗਾ ਮੈਂ ਸੱਚ ਉਚਾਰਾਂਗਾ, 4 ਦਿਨਾਂ ਦੀ ਜ਼ਿੰਦਗੀ ਖਾਤਰ ਧਰਮ ਨਾ ਹਾਰਾਂਗਾ। ਆਓ ਚਾਹੁੰਦਾ ਨਾ ਮੈਂ ਦੌਲਤ, ਚਾਹੁੰਦਾ ਨਾ ਮੈਂ ਦੌਲਤ, ਨਾ ਹੀ ਲੋੜ ਜਗੀਰਾਂ ਦੀ, ਸੰਗਤ ਕਰਨੀ ਚਾਹੁੰਦਾ ਤਾਰੂ ਸਿੰਘ ਜੈ ਵੀਰਾਂ ਦੀ। ਵੀਰ ਦੇ ਵਾਂਗਰ ਸਿੱਖੀ ਲਈ ਹਰ ਕਸ਼ਟ ਸਹਾਰਾਂਗਾ, 4 ਦਿਨਾਂ ਦੀ ਜ਼ਿੰਦਗੀ ਖਾਤਰ ਧਰਮ ਨਾ ਹਾਰਾਂਗਾ। ਆਓ ਹਰਿਆ ਬਾਗ ਹੈ ਸਿੱਖੀ ਦਾ ਜੋ ਕਦੇ ਨਾ ਸੁੱਕੇਗਾ, ਮੁੱਕ ਜਾਵੋਗੇ ਤੁਸੀਂ ਖਾਲਸਾ ਕਦੇ ਨਾ ਮੁੱਕੇਗਾ। ਸਿੱਖੀ ਦੇ ਬੂਟੇ ਨੂੰ ਖੂਨ ਆਪਣਾ ਡਾਰਾਂਗਾ, 4 ਦਿਨਾਂ ਦੀ ਜ਼ਿੰਦਗੀ ਖਾਤਰ ਧਰਮ ਨਾ ਹਾਰਾਂਗਾ। ਆਓ ਚਾਰੇ ਲਾਲ ਪਿਤਾ ਨੇ, ਚਾਰੇ ਲਾਲ ਪਿਤਾ ਨੇ ਸਾਡੇ ਉੱਪਰੋਂ ਵਾਰ ਦਿੱਤੇ, ਗਿਣੇ ਅਸਾਂ ਤੋਂ ਜਾਂਦੇ ਨਾ ਕਰ ਪਰ ਉਪਕਾਰ ਦਿੱਤੇ। ਉਸ ਗੁਰੂ ਦੀ ਸਿੱਖਿਆ ਮਨ ਵਿੱਚੋਂ ਨਾ ਟਾਰਾਂਗਾ, ਉਸ ਗੁਰੂ ਦੀ ਸਿੱਖਿਆ ਮਨ ਵਿੱਚੋਂ ਨਾ ਟਾਰਾਂਗਾ, 4 ਦਿਨਾਂ ਦੀ ਜ਼ਿੰਦਗੀ ਖਾਤਰ ਧਰਮ ਨਾ ਹਾਰਾਂਗਾ। ਆਓ ਧਰਮ ਦੀ ਖਾਤਰ ਧਰਮੀ ਯੋਧੇ ਵਾਰ ਨ ਜਾਨਾ ਨੂੰ, ਵਿੱਚ ਦਰਗਾਹੇ ਜਾਂਦੇ ਕਰਗੇ ਉੱਚੀਆਂ ਛਾਨਾਂ ਨੂੰ। ਧਰਮ ਦੀ ਖਾਤਰ ਮਰਾਂ ਲੋਕ ਪਰਲੋਕ ਸਵਾਰਾਂਗਾ, 4 ਦਿਨਾਂ ਦੀ ਜ਼ਿੰਦਗੀ ਖਾਤਰ ਧਰਮ ਨਾ ਹਾਰਾਂਗਾ। ਆਓ ਅਣਖੀ ਵੀਰ ਬਹਾਦਰ ਦਾ ਗੈਰਤ ਹੀ ਗਹਿਣਾ ਹੈ, ਅਣਖੀ ਵੀਰ ਬਹਾਦਰ ਦਾ ਗੈਰਤ ਹੀ ਗਹਿਣਾ ਹੈ, ਬੁਝ ਦਿਲ ਕੈਰਾਂ ਵਾਂਗਰ ਰਹਿਣਾ ਵੀ ਕੀ ਰਹਿਣਾ ਹੈ। ਸਿੱਖੀ ਸਿਰਕ ਭਰੋਸੇ ਨੂੰ ਨਾ ਕਦੇ ਵਸਾਰਾਂਗਾ, 4 ਦਿਨਾਂ ਦੀ ਜ਼ਿੰਦਗੀ ਖਾਤਰ ਧਰਮ ਨਾ ਹਾਰਾਂਗਾ। ਆਓ ਲੋਭ ਲਾਲਚਾਂ ਅੰਦਰ ਸਿੱਖ ਕਦੇ ਨਾ ਡੋਲੇਗਾ, ਲੋਭ ਲਾਲਚਾਂ ਅੰਦਰ ਸਿੱਖ ਕਦੇ ਨਾ ਡੋਲੇਗਾ, ਸਤਿ ਸ਼੍ਰੀ ਅਕਾਲ ਦਾ ਨਾਰਾ ਮੁਖੋਂ ਬੋਲੇਗਾ। ਬੈਂਕਾਂ ਲਿਖ ਇਤਿਹਾਸ ਤੇ ਉਹ ਮੈਂ ਜਿੰਦੜੀ ਵਾਰਾਂਗਾ, ਬੈਂਕਾਂ ਲਿਖ ਇਤਿਹਾਸ ਤੇ ਉਹ ਮੈਂ ਜਿੰਦੜੀ ਵਾਰਾਂਗਾ, 4 ਦਿਨਾਂ ਦੀ ਜ਼ਿੰਦਗੀ ਖਾਤਰ ਧਰਮ ਨਾ ਹਾਰਾਂਗਾ। ਇਹ ਜ਼ਿੰਦਗੀ ਸਦਾ ਨਹੀਂ ਰਹਿਣ ਵਾਲੀ, ਔਰ ਜੇ ਧਰਮ ਨੂੰ ਤਬਦੀਲ ਕਰਕੇ ਮੌਤ ਦਾ ਡੰਕਾ ਫਿਰ ਵੀ ਸਿਰ ਤੇ ਵੱਜਦਾ ਰਹਿਣਾ ਹੈ, ਮੌਤ ਫਿਰ ਵੀ ਆਉਣੀ ਹੈ, ਤੇ ਫਿਰ ਤਾਂ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਫਿਰ ਉਸ ਜੀਵਨ ਦਾ ਕੀ ਲਾਭ ਜਿਹੜਾ ਧਰਮ ਨੂੰ ਤਲਾਂਜਲੀ ਦੇ ਕੇ ਜੀਵਨ ਬਚਾਇਆ ਜਾਵੇ। ਸਾਧ ਸੰਗਤ, ਧਰਮ ਹੀ ਸਭ ਤੋਂ ਵੱਡਾ ਇਸ ਜੀਵਨ ਦਾ ਮਹਾਨ ਪੰਥ ਹੈ। ਧਰਮ ਇੱਕ ਗੁਰਦੇਵ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹ ਪੰਥ ਚਲਾਇਆ ਜਿਹਨੂੰ ਨਿਰਮਲ ਪੰਥ ਦਾ ਨਾਮ ਗੁਰਦੇਵ ਨੇ ਦਿੱਤਾ, ਔਰ ਉਹਦੀ ਪ੍ਰਾਪਤੀ ਹੀ ਜੀਵਨ ਦਾ ਅਸਲੀ ਲਕਸ਼ ਹੈ। ਧਰਮ ਬਿਨਾ ਬੇਅਰਥ ਜਨਮ, ਜਿਉ ਸਸੀ ਬਿਨ ਰਜਨੀ, ਜਿਮ ਸ਼ਸਤਰ ਬਿਨ ਸੂਰਮਾ, ਜਿਮ ਭੂਖਣ ਬਿਨ ਸਜਣੀ। ਧਰਮ ਤੋਂ ਬਗੈਰ ਮਨੁੱਖ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੈ ਜਿਵੇਂ ਸ਼ਸਤਰ ਤੋਂ ਬਗੈਰ ਸੂਰਮਾ ਰਣ ਮੈਦਾਨ ਦੇ ਵਿੱਚ ਕਿਸੇ ਕੰਮ ਦਾ ਨਹੀਂ, ਜਿਵੇਂ ਸ਼ਸਤਰ ਤੋਂ ਬਗੈਰ ਸੂਰਮਾ ਨਹੀਂ, ਔਰ ਜਿਵੇਂ ਦੁਲਹਨ ਆਪਣੇ ਹਾਰ ਸ਼ਿੰਗਾਰ ਗਹਿਣਿਆਂ ਤੋਂ ਬਗੈਰ ਸੋਭਾ ਨਹੀਂ ਪਾਉਂਦੀ, ਇਸੇ ਤਰ੍ਹਾਂ ਜਿਵੇਂ ਰਾਤ ਹਨੇਰੀ ਹੈ, ਚੰਦਰਮਾ ਤੋਂ ਬਗੈਰ ਰਾਤ ਨਹੀਂ ਸੋਭਦੀ, ਧਰਮ ਤੋਂ ਬਗੈਰ ਮਨੁੱਖ ਦੀ ਜ਼ਿੰਦਗੀ ਵੀ ਨਹੀਂ ਸੋਭਦੀ। ਔਰ ਧਰਮ ਕਮਾਉਣ ਦਾ ਵਿਸ਼ਾ ਹੈ, ਵਿਖਾਉਣ ਦਾ ਵਿਸ਼ਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮ ਦੇ ਅਰਥ ਪਵਿੱਤਰ ਗੁਰਬਾਣੀ ਦੇ ਅੰਦਰ ਕੁਝ ਇਸ ਤਰ੍ਹਾਂ ਦੱਸੇ ਨੇ। ਗੁਰਦੇਵ ਕਹਿੰਦੇ ਹਨ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਕਿਹਨੂੰ ਕਹਿੰਦੇ ਨੇ? ਸਾਹਿਬ ਜੀ ਕਹਿੰਦੇ ਨੇ, ਧਰਮ ਕਹਿੰਦੇ ਨੇ ਨਾਮ ਜਪਣਾ ਤੇ ਜੀਵਨ ਦੇ ਵਿੱਚ ਉਹ ਕਰਮ ਕਰਨੇ ਜਿਨ੍ਹਾਂ ਦੇ ਨਾਲ ਅੰਤੁਸ਼ ਕਰਨ ਤੇ ਵਿਕਾਰਾਂ ਦੀ ਮੈਲ ਨਾ ਲੱਗੇ। ਜਾਣਿਓ ਸੋ ਕਿਛ ਕਰ ਜਿਤ ਮੈਲ ਨਾ ਲੱਗੇ। ਹੋਰ ਵੀ ਸਿਖਾਣ ਕਰਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀ ਪਰਿਭਾਸ਼ਾ ਸਮਝਾਈ ਕਿ ਧਰਮ ਕੀ ਹੁੰਦਾ ਹੈ। ਗੁਰਦੇਵ ਕਹਿੰਦੇ, ਸਾਧ ਕੈ ਸੰਗ ਦ੍ਰਿੜੈ ਸਭ ਧਰਮ। ਸਾਧੂ ਦੀ ਸੰਗਤ ਦੇ ਵਿੱਚ ਰਹਿੰਦਿਆਂ ਜਿਹੜੇ ਸ਼ੁਭ ਕਰਮ ਸਿੱਖਣ ਨੂੰ ਮਿਲਦੇ ਨੇ
ਮਹਾਰਾਜ ਕਹਿੰਦੇ ਉਸੇ ਨੂੰ ਹੀ ਧਰਮ ਕਹਿੰਦੇ ਨੇ। ਤੇ ਸਾਡੇ ਵਿੱਚ ਹੀ ਇੱਕ ਸ਼੍ਰੇਣੀ ਐਸੀ ਵਾੜੀ ਗਈ, ਉਹ ਕਹਿੰਦੀ ਸਾਧੂ ਹੁੰਦਾ ਹੀ ਕੋਈ ਨਹੀਂ, ਸੰਤ ਹੁੰਦਾ ਹੀ ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਜਾਣ ਹਰਸਿਓ ਦੇਵੈ ਜੋੜ, ਚਰਨ ਗਾਹੋ ਬਕੋ ਸੁਭ ਰਸਨਾ ਦੀਜੈ ਪ੍ਰਾਣ ਕੋਰ। ਇਹ ਕਹਿੰਦੇ ਐਵੇਂ ਗੋਡੀਆਂ ਥਲਾਈ ਜਾਂਦੇ, ਪੈਰਾਂ ਦੇ ਵਿੱਚ ਕੀ ਹੈ। ਗੁਰਦੇਵ ਤੇ ਕਹਿੰਦੇ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਜੇ ਕੋਈ ਸਿੱਖ ਵੀ ਦਿਸਦਾ ਏ ਸਿੱਖੀ ਨੂੰ ਕਮਾਉਣ ਵਾਲਾ ਜੀਵਨ ਦੇ ਵਿੱਚ, ਤੇ ਉਹਦੇ ਵੀ ਚਰਨਾਂ ਤੇ ਨਿਵ ਨਿਵ ਕੇ ਸੀਸ ਝੁਕਾਓ। ਗੁਰੂ ਦਾ ਸਤਿਕਾਰ ਤਾਂ ਅਸੀਂ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਹੀ ਦੇਣਾ ਹੈ, ਪਰ ਜੇ ਕੋਈ ਗੁਰੂ ਦੇ ਨਾਲ ਜੋੜਨ ਵਾਲਾ ਰੱਬ ਦਾ ਪਿਆਰਾ ਮਿਲ ਜਾਵੇ ਤੇ ਸਾਧ ਸੰਗਤ ਉਹੀ ਸਾਨੂੰ ਗੁਰੂ ਦੇ ਨਾਲ ਪ੍ਰੋਪਰ ਤੌਰ ਤੇ ਜੋੜ ਸਕਦਾ ਹੈ। ਸਿੱਧੇ ਤੌਰ ਤੇ ਗੁਰੂ ਦੇ ਨਾਲ ਜੁੜਨਾ ਬਹੁਤ ਕਠਿਨ ਹੈ। ਕੋਈ ਪਿਛਲੇ ਜਨਮਾਂ ਦੀ ਕਮਾਈ ਹੋਵੇ ਤਾਂ ਉਹ ਭਾਵਨਾ ਹਿਰਦੇ ਦੇ ਵਿੱਚ ਜਾਗਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਾਧ ਸੰਗਤ ਬਿਨਾ ਭਾਉ ਨਹੀਂ ਊਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੇ। ਸਾਧੂ ਦੀ ਸੰਗਤ ਤੋਂ ਬਗੈਰ ਉਹ ਭਾਵਨਾ ਨਹੀਂ ਹਿਰਦੇ ਦੇ ਵਿੱਚ ਉਪਜਦੀ ਜਿਹੜੀ ਮਹਾਰਾਜ ਦੀ ਪ੍ਰਸੰਨਤਾ ਵਾਸਤੇ ਚਾਹੀਦੀ ਹੈ। ਤੇ ਗੁਰਦੇਵ ਨੂੰ ਵੀ ਭੁੱਖ ਹੈ ਇੱਕ ਚੀਜ਼ ਦੀ, ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਭਾਵਨਾ ਦਾ ਭੁੱਖਾ ਹੈ। ਭਾਵਨਾ ਵਾਲੇ ਜਿਹੜੇ ਸਤਿਪੁਰਸ਼ਾਂ ਦੀ ਸੰਗਤ ਕਰਦੇ ਨੇ ਉਹ ਧਰਮੀ ਹੁੰਦੇ ਨੇ। ਬਾਹਰੀ ਤੌਰ ਤੇ ਵੀ ਧਰਮ ਦਾ ਲਿਬਾਸ, ਧਰਮ ਦੀ ਮਰਿਆਦਾ ਨੂੰ ਉਹ ਗ੍ਰਹਿਣ ਕਰਦੇ ਨੇ, ਤੇ ਅੰਤਰੀਵ ਤੌਰ ਤੇ ਵੀ ਧਰਮੀ ਹੁੰਦੇ ਨੇ। ਯਾਦ ਰੱਖੋ, ਜੇ ਅੰਤਰੀਵ ਤੌਰ ਤੇ ਧਰਮੀ ਨਹੀਂ ਤੇ ਬਾਹਰਮੁਖੀ ਧਰਮੀ ਹੋਣ ਦਾ ਕੋਈ ਲਾਭ ਨਹੀਂ। ਗੁਰਦੇਵ ਕਹਿੰਦੇ ਨੇ ਭੇਖ ਦਿਖਾਏ ਜਗਤ ਕੋ ਲੋਗਣ ਕੋ ਬਸ ਕੀਨ। ਬਾਹਰ ਧਰਮ ਦਾ ਭੇਖ ਵਿਖਾ ਕੇ ਦੁਨੀਆ ਨੂੰ ਵਸ ਕੀਤਾ ਜਾ ਸਕਦਾ ਹੈ, ਪਰ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਉਹ ਤਾਂ ਕਹਿੰਦੇ ਨਰਕ ਸੁਰਗ ਵੀ ਕੋਈ ਨਹੀਂ ਹੈ। ਗੁਰਬਾਣੀ ਦੇ ਅੰਦਰ ਇੱਥੇ ਤੇ ਉੱਥੇ ਦੀ ਗੱਲ ਹੋਈ ਹੈ, ਲੋਕ ਤੇ ਪ੍ਰਲੋਕ ਦੀ ਗੱਲ ਹੋਈ ਹੈ। ਸੋ ਗੁਰਬਾਣੀ ਦੇ ਅੰਦਰ ਸਾਧ ਸੰਗਤ ਜੋ ਕੁਝ ਗੁਰਦੇਵ ਨੇ ਦਰਸਾਇਆ ਹੈ ਉਹਨੂੰ ਜਾਣਨ ਵਾਸਤੇ, ਸਮਝਣ ਵਾਸਤੇ ਸਾਨੂੰ ਆਪਣੇ ਆਤਮਿਕ ਤਲ ਤੱਕ ਪਹੁੰਚਣਾ ਪਵੇਗਾ। ਆਤਮਿਕ ਤਲ ਤੱਕ ਪਹੁੰਚੇ ਲੋਕ ਹੀ ਧਰਮੀ ਹੁੰਦੇ ਨੇ, ਔਰ ਉਹਨਾਂ ਦੇ ਅੰਦਰ ਉਹ ਧਰਮ ਦੇ ਸ਼ੁਭ ਗੁਣ ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ ਧਰਮ ਲਿੰਗ ਦੱਸ ਜਾਣ ਇਤਿਆਦਿਕ ਧਰਮ ਦੇ ਸ਼ੁਭ ਗੁਣ ਹੁੰਦੇ ਨੇ। ਉਹਨਾਂ ਵਿੱਚ ਕੈਰਤਾ ਨਹੀਂ ਹੁੰਦੀ, ਉਹਨਾਂ ਦੇ ਵਿੱਚ ਨਿਰਭੈਤਾ ਹੁੰਦੀ ਹੈ, ਉਹ ਡਰਦੇ ਨਹੀਂ ਮੌਤ ਤੋਂ। ਉਹਨਾਂ ਦੇ ਵਿੱਚ ਲਾਲਚ ਨਹੀਂ ਹੁੰਦਾ। ਦੁਨੀਆ ਦੇ ਲੋਕ ਲਾਲਚੀ ਹੋ ਕੇ ਧਰਮ ਤਿਆਗੀ ਜਾ ਰਹੇ ਨੇ। ਆ ਬਹੁਤ ਆਸ ਮੈਂ ਕਹਿਣ ਤੋਂ ਗਰੇਜ ਨਾ ਕਰਾਂ, ਈਸਾਈਅਤ ਦਾ ਪ੍ਰਭਾਵ, ਈਸਾਈਅਤ ਦਾ ਵੀ ਨਹੀਂ, ਈਸਾਈਅਤ ਦੇ ਵਿੱਚ ਵੀ ਉਹ ਪਖੰਡ ਹੈ ਜਿਹੜੇ ਉਹਨਾਂ ਦੇ ਪੌਪ ਹੈ ਨਾ, ਉਹ ਕਹਿੰਦੇ ਵੀ ਇਹ ਸਾਡੀ ਮਰਿਆਦਾ ਹੀ ਨਹੀਂ ਹੈ ਜਿਹੜੀ ਇਹਨਾਂ ਨੇ ਲਾਗੂ ਕਰ ਲਈ। ਸਾਧ ਸੰਗਤ ਈਸਾਈ ਧਰਮ ਦਾ ਕਦੋਂ ਤੋਂ ਚੱਲਿਆ? ਆ 2022 ਸਾਲ ਚੱਲ ਰਿਹਾ ਹੈ। ਇਹ ਕਿੰਨਾ ਪੁਰਾਣਾ ਇਹ ਧਰਮ ਹੈ। ਗੁਰੂ ਸਾਹਿਬ ਦੇ ਵੇਲੇ ਵੀ ਈਸਵੀ ਕੈਲੰਡਰ ਲਾਗੂ ਸੀ, ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਵੀ ਇਹ ਚੱਲ ਰਿਹਾ ਸੀ। ਤੋ ਇਹ ਕੁਝ ਸਾਲਾਂ ਤੋਂ ਹੀ ਆ ਜਿਹੜਾ ਨਵਾਂ ਪਖੰਡ ਇਹਦੇ ਵਿੱਚ ਆਇਆ ਹੈ। ਜਦੋਂ ਵੀ ਕੋਈ ਧਰਮ ਦੇ ਵਿੱਚ ਪਖੰਡ ਆਉਂਦਾ ਹੈ ਨਾ, ਉਹ ਧਰਮ ਨੂੰ ਕਮਜ਼ੋਰ ਕਰਦਾ ਹੈ। ਔਰ ਉਹ ਵੀ ਇਹ ਗੱਲ ਮੰਨਦੇ ਨੇ ਜਿਹੜੇ ਮੂਲ ਧਰਮ ਵਾਲੇ ਨੇ, ਉਹ ਕਹਿੰਦੇ ਵੀ ਇਹ ਪਖੰਡ ਹੈ, ਸਾਡੇ ਧਰਮ ਨੂੰ ਵੀ ਕਮਜ਼ੋਰ ਕਰ ਰਿਹਾ ਹੈ। ਪਰ ਸਿੱਖ ਧਰਮ ਦੇ ਉੱਪਰ ਇਹਦਾ ਸਾਧ ਸੰਗਤ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਪ੍ਰਭਾਵ ਪੈ ਰਿਹਾ ਹੈ। ਬਹੁਤ ਸਾਰੇ ਪਰਿਵਾਰ ਜਿਹੜੇ ਲਾਲਚ ਦੇ ਵਿੱਚ ਆ ਕੇ ਧਰਮ ਤਬਦੀਲ ਕਰ ਗਏ। ਵੈਸੇ ਮੈਂ ਪਹਿਲਾਂ ਬੇਨਤੀ ਕੀਤੀ ਕਿ ਅਸੀਂ ਕੁਆਂਟੀਟੀ ਦੇ ਆਧਾਰ ਤੇ ਨਹੀਂ ਜਿਉਂਦੇ। ਉਹਨਾਂ ਵਿੱਚ ਉਹ ਧਰਮ ਦੀ, ਉਹ ਸਿੱਖੀ ਦੀ ਕਿਸਮ ਹੀ ਨਹੀਂ ਹੈ ਜਿਹੜੇ ਲਾਲਚ ਦੇ ਵਿੱਚ ਆ ਕੇ ਧਰਮ ਤਬਦੀਲ ਕਰ ਜਾਂਦੇ ਨੇ। ਕੋਈ ਕਮਰੇ ਪਾ ਕੇ ਦੇ ਦਿੱਤੇ ਜਾਂ ਕੋਈ ਸਿਹਤ ਦੀਆਂ ਸਹੂਲਤਾਂ ਦੇ ਦਿੱਤੀਆਂ, ਬੱਚੇ ਪੜ੍ਹ ਜਾਣ, ਹਰ ਕੋਈ ਚਾਹੁੰਦਾ ਹੈ। ਨਾਲ ਦੀ ਨਾਲ ਸਾਡੀ ਕੌਮ ਦੀ ਵੀ ਇਹ ਤਰਾਸ਼ਦੀ ਹੈ। ਸਾਡੀਆਂ ਬਹੁਤ ਵੱਡੀਆਂ ਵੱਡੀਆਂ ਸੰਪਰਦਾਵਾਂ, ਜਥੇਬੰਦੀਆਂ, ਸਾਧ ਸੰਗਤ, ਬਹੁਤ ਸਾਰੀਆਂ ਜਥੇਬੰਦੀਆਂ ਉਦਮ ਕਰ ਰਹੀਆਂ ਹਨ ਚੰਗੀ ਹੈਲਥ ਸਿਸਟਮ ਵਾਸਤੇ ਔਰ ਚੰਗੀ ਵਿੱਦਿਆ ਵਾਸਤੇ। ਆਉਣ ਵਾਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੁਆਰਾ ਵੀ ਅੱਜ ਦਾ ਪ੍ਰੋਗਰਾਮ ਲਾਈਵ ਟੈਲੀਕਾਸਟ ਹੋ ਰਿਹਾ। ਮੈਂ ਗੁਰੂ ਘਰ ਦਾ ਕੂਕਰ ਪ੍ਰਚਾਰਕ ਹੋਣ ਦੇ ਨਾਤੇ ਬੇਨਤੀ ਕਰਦਾ ਹਾਂ ਕਿ ਕੌਮ ਦੀਆਂ ਵੱਡੀਆਂ ਜਥੇਬੰਦੀਆਂ ਨੂੰ ਇਹ ਉਦਮ ਕਰਨੇ ਚਾਹੀਦੇ ਹਨ। ਤੋ ਸੱਚੇ ਪਾਤਸ਼ਾਹ ਕਿਰਪਾ ਕਰਨ, ਨਾਲ ਦੀ ਨਾਲ ਉਹ ਲੋਕ ਵੀ ਸਮਝਣ ਕਿ ਦੁਨੀਆ ਦੇ ਸੁੱਖਾਂ ਦੇ ਨਾਲ ਨਹੀਂ ਧਰਮ ਨੂੰ ਤੋਲਿਆ ਜਾ ਸਕਦਾ। ਉਹ ਗੁਰੂ ਕੇ ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ, ਕੋਈ ਵੱਡੇ ਵੱਡੇ ਸ਼ਾਹੂਕਾਰ ਨਹੀਂ ਸੀ। ਭਾਈ ਤਾਰੂ ਸਿੰਘ ਜੀ ਸਾਡੇ ਨੇੜੇ ਹੀ ਹੈ, ਉਹਨਾਂ ਦਾ ਨਗਰ ਪੂਲਾ ਨਗਰ। ਸਾਧ ਸੰਗਤ ਬਹੁਤੀ ਵੱਡੀ ਵਾਹੀ ਨਹੀਂ ਸੀ, ਛੋਟੇ ਜ਼ਿਮੀਂਦਾਰ ਸਨ ਜੋ ਵੀ ਹਾੜੀ ਸੌਣੀ ਵੱਟਦੇ ਸੀ, ਘਰ ਦਾ ਖਰਚ ਕੱਢ ਕੇ ਤੇ ਬਾਕੀ ਸਾਰੀ ਉਹ ਗੁਰੂ ਕੇ ਸਿੱਖਾਂ ਦੀ ਸੇਵਾ ਵਾਸਤੇ ਨਿਸ਼ਾਵਰ ਕਰ ਦਿੰਦੇ ਸੀ।
ਸੇਵਾ ਦੀ ਭਾਵਨਾ, ਤਿਆਗ ਦੀ ਭਾਵਨਾ, ਇਹ ਗੁਰੂ ਕੀ ਸਿੱਖੀ ਦੀ ਕਸਵੱਟੀ ਹੈ। ਔਰ ਜਿਹੜੇ ਇਹਦੇ ਤੇ ਖਰੇ ਉਤਰਦੇ ਨੇ ਉਹੀ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੁੰਦੇ ਨੇ। ਗੁਰੂ ਕੇ ਸਿੱਖੋ, ਬਹੁਤ ਵੱਡੇ ਕਰਮ ਹੈ, ਬਹੁਤ ਵੱਡੇ ਕਰਮ ਹੈ ਕਿ ਸਾਨੂੰ ਮਨੁੱਖਾ ਜਨਮ ਮਿਲਿਆ। ਉਦੋਂ ਵੀ ਵੱਡੇ ਕਰਮ ਸਾਡੇ ਇਹ ਹੈ ਕਿ ਸਾਨੂੰ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਮਿਲਿਆ। ਇਹਨਾਂ ਦੁਨੀਆ ਦੇ ਲਾਲਚਾਂ ਦੇ ਪਿੱਛੇ ਲੱਗ ਕੇ ਜਿਹੜੇ ਸਿੱਖੀ ਨੂੰ ਤਲਾਂਜਲੀ ਦਿੰਦੇ ਨੇ, ਇਥੋਂ ਦੇ ਸੁੱਖ ਦਰਗਾਹ ਤੱਕ ਨਹੀਂ ਨਿਭ ਸਕਦੇ। ਗੁਰਦੇਵ ਸੱਚੇ ਪਾਤਸ਼ਾਹ ਨੇ ਜਿਹੜਾ ਸਾਨੂੰ ਧਰਮ ਬਖਸ਼ਿਸ਼ ਕੀਤਾ ਹੈ ਨਾ, ਉਹਨੇ ਦਰਗਾਹ ਦੇ ਵਿੱਚ ਸਾਡੀ ਖਲਾਸੀ ਕਰਵਾਉਣੀ ਹੈ। ਉਹ ਦਰਗਾਹ ਹੀ ਵਸਤੂ ਹੈ ਜਿਹੜੀ ਸੱਚੇ ਪਾਤਸ਼ਾਹ ਸਾਨੂੰ ਬਖਸ਼ ਕੇ ਗਏ ਨੇ, ਔਰ ਉਹਦੇ ਵਿੱਚ ਬਰਕਰਾਰ ਰਹਿਣਾ ਹੀ ਸਾਡਾ ਪਰਮ ਧਰਮ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ। ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕਦੇ ਵੀ ਕੀਤਾ, ਸਗੋਂ ਧਰਮਾਂ ਤੇ ਹੁੰਦੇ ਹਮਲਿਆਂ ਨੂੰ ਰੋਕਣ ਵਾਸਤੇ ਤਾਂ ਸਾਡੇ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਬਲੀਦਾਨ ਕਰ ਦਿੱਤਾ। ਜ਼ਬਰ ਦੇ ਨਾਲ ਧਰਮ ਤਬਦੀਲ ਕਰਦੇ ਸੀ। ਸਾਧ ਸੰਗਤ, ਨਾਵੇਂ ਗੁਰਦੇਵ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਕਦੇ ਵੀ ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕੀਤਾ। ਅਸੀਂ ਪਖੰਡ ਦਾ ਵਿਰੋਧ ਕਰਦੇ ਹਾਂ। ਭਾਵੇਂ ਸਾਡੇ ਸਿੱਖਾਂ ਦੇ ਵਿੱਚ ਵੀ ਕਿਤੇ ਜਿੱਥੇ ਕਿਤੇ ਪਖੰਡ ਹੁੰਦਾ ਹੈ, ਸਤਿਕਾਰ ਕਮੇਟੀਆਂ ਬਣੀਆਂ, ਸਾਡੇ ਸਿੱਖ ਉਹਨਾਂ ਦਾ ਵੀ ਵਿਰੋਧ ਕਰਦੇ ਨੇ। ਉਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸਮੇਂ ਦੇ ਬਹੁਤ ਸਾਰੇ ਐਸੇ ਨੁਕਤੇ ਹਨ ਜਿਹੜੇ ਵਿਚਾਰਨ ਵਾਲੇ ਹਨ। ਮੈਂ ਪ੍ਰਸੰਗ ਦੇ ਵਿੱਚ ਆਪ ਜੀ ਦੀ ਸੁਰਤੀ ਲੈ ਕੇ ਆਵਾਂ, ਜਿਹਦੇ ਅੰਦਰ ਧਰਮ ਸੀ, ਜਿਹਦੇ ਅੰਦਰ ਅਣਖ ਤੇ ਗੈਰਤ ਸੀ। ਕਦੇ ਕਦੇ ਬਾਹਰ ਜਾਣਾ ਪੈਂਦਾ ਹੈ ਜਿੱਥੇ ਵਿਚਾਰ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਦਰ ਦੀ ਬਾਤ ਮੇਂ ਬਾਤ ਹੈ, ਜੈਸੇ ਕੇਲੇ ਕੇ ਪਾਤ ਮੇਂ ਬਾਤ ਹੈ। ਗੁਰਦੇਵ ਸੱਚੇ ਪਾਤਸ਼ਾਹ ਦੇ ਸਿੱਖ ਦਾ ਇਤਿਹਾਸ, ਭਾਈ ਮਤਾਬ ਸਿੰਘ ਜੀ ਦੇ ਇਤਿਹਾਸ ਦਾ ਪ੍ਰਸੰਗ ਆਪਾਂ ਵਿਚਾਰ ਰਹੇ ਹਾਂ। ਸੁਰਤੀ ਨੂੰ ਆਪਾਂ ਪ੍ਰਸੰਗ ਤੋਂ ਬਾਹਰ ਨਹੀਂ ਲੈ ਕੇ ਜਾਣਾ। ਜਦੋਂ ਕਿਤੇ ਵਿਚਾਰ ਬਾਹਰ ਜਾਂਦਾ ਹੈ, ਮੈਂ ਯਤਨ ਕਰਦਾ ਹਾਂ ਮਜਮੂਨ ਦੇ ਵਿੱਚ ਦੁਬਾਰਾ ਲਿਆਂਦਾ ਜਾਵੇ। ਭਾਈ ਮਤਾਬ ਸਿੰਘ ਜੀ ਉਹ ਅੰਤਰੀਵ ਧਰਮੀ ਸਨ। ਉਹਨਾਂ ਦੇ ਅੰਦਰ ਧਰਮ ਦਾ ਜਜ਼ਬਾ ਸੀ, ਔਰ ਦੁਨੀਆ ਦੇ ਸੁੱਖ ਧਰਮ ਦੇ ਤੁਲ ਕੁਝ ਵੀ ਨਹੀਂ ਸਨ। ਵੱਡੀਆਂ ਵੱਡੀਆਂ ਜਗੀਰਦਾਰੀਆਂ, ਵੱਡੇ ਵੱਡੇ ਇਨਾਮ ਰੱਖੇ ਗਏ। ਮਤਾਬ ਸਿੰਘਾ, ਇਹਨਾਂ ਕੇਸਾਂ ਦੀ ਕਿਆ ਬਾਤ ਹੈ। ਕੇਸ ਕਟਾ ਦੇ, ਇਸਲਾਮ ਧਾਰਨ ਕਰ ਲੈ ਤੇ ਵੱਡੇ ਵੱਡੇ ਇਨਾਮ ਮਿਲਣਗੇ, ਵੱਡੀਆਂ ਵੱਡੀਆਂ ਅਹੁਦੇਦਾਰੀਆਂ ਮਿਲਣਗੀਆਂ। ਤੂੰ ਕੀ ਖਟਣਾ ਹੈ? ਵੇਖ, ਜਿਨ੍ਹਾਂ ਨੇ ਗੱਲ ਨਹੀਂ ਮੰਨੀ ਲਾਹੌਰ ਦਰਬਾਰ ਦੇ ਅੰਦਰ ਆ ਕੇ, ਉਹਨਾਂ ਦੀ ਨਸਲਕੁਸ਼ੀ ਹੋ ਗਈ, ਤੇ ਤੂੰ ਐਵੇਂ ਆਪਣੀਆਂ ਪੀੜ੍ਹੀਆਂ ਆਉਣ ਵਾਲੀਆਂ ਗਰਕ ਕਰਵਾ ਬੈਠੇਗਾ। ਤੇ ਪਤਾ ਕੀ ਜਵਾਬ ਦਿੱਤਾ ਗੁਰੂ ਕੇ ਸਿੱਖ ਨੇ? ਉਹਨੇ ਆਖਿਆ, ਹਮ ਕਾਰਨ ਗੁਰਕੁਲੇ ਗਵਾਈ, ਹਮ ਕੁਲ ਰਾਖੈ ਕਵਣ ਵਡਾਈ। ਸਾਡੇ ਪਿਤਾ ਗੁਰਦੇਵ ਨੇ ਤਾਂ ਨਹੀਂ ਆਖਿਆ ਕਿ ਚੌਹਾਂ ਵਿੱਚੋਂ ਇੱਕ ਰੱਖ ਲਵਾਂ। ਸਾਡੇ ਪਿਤਾ ਗੁਰਦੇਵ ਨੇ ਆਪਣੀ ਕੁਲ ਗਵਾ ਦਿੱਤੀ, ਤੇ ਅਸੀਂ ਸਿੱਖੀ ਨੂੰ ਤਲਾਂਜਲੀ ਦੇ ਦਈਏ ਤੇ ਆਪਣੀ ਕੁਲ ਬਚਾ ਲਈਏ। ਇਹ ਕਾਹਦੀ ਵਡਿਆਈ ਹੈ ਸਾਡੇ ਵਾਸਤੇ? ਉਹਨੇ ਆਖਿਆ, ਇੱਕ ਵਾਰੀ ਇਹਨੂੰ ਤਾਰੂ ਸਿੰਘ ਦੇ ਮੱਥੇ ਲਾਓ, ਲਬਾ ਲਬ ਖੂਨ ਵਹਿੰਦਾ ਜਦੋਂ ਵੇਖੇਗਾ ਖੋਪਰ ਲੈ ਗਿਆ। ਜ਼ਾਲਮ ਕਹਿੰਦੇ ਸੀ, ਇਹ ਜਿਹੜੇ ਕੇਸਾਂ ਦਾ ਮਾਣ ਕਰਦਾ ਹੈ ਨਾ ਤੂੰ, ਇਹਨਾਂ ਨੂੰ ਛਿੱਤਰ ਮਾਰ ਮਾਰ ਕੇ ਉਡਾ ਦਿਆਂਗੇ। ਭਾਈ ਤਾਰੂ ਸਿੰਘ ਨੇ ਆਖਿਆ, ਇਹ ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਵੇਗੀ। ਜ਼ਕਰੀਆ ਖਾਨ ਖਾਲਸਾ ਤੈਨੂੰ ਜੁੱਤੀ ਅੱਗੇ ਲਾ ਕੇ ਨਰਕੀ ਪਹੁੰਚਾ ਕੇ ਤੇ ਫਿਰ ਸੱਚਖੰਡ ਨੂੰ ਜਾਵੇਗਾ। ਇਹ ਅਟਲਾਦਾ ਬਚਨ ਹੈ। ਸਾਧ ਸੰਗਤ ਕਈ ਕਹਿੰਦੇ ਵੀ ਇਹ ਜ਼ੁਬਾਨ ਦੀ ਗੱਲ ਕਿਵੇਂ? ਗੁਰਦੇਵ ਕਹਿੰਦੇ ਕਰਮਖੰਡ ਕੀ ਬਾਣੀ ਜੋਰ। ਜਿਹੜੇ ਖੰਡ ਜਪਜੀ ਸਾਹਿਬ ਦੇ ਅੰਦਰ ਗੁਰਦੇਵ ਨੇ ਦਰਸਾਏ ਨੇ, ਕਰਮਖੰਡ, ਧਰਮਖੰਡ, ਸਰਮਖੰਡ, ਗਿਆਨ ਖੰਡ, ਤੇ ਜਿਹੜਾ ਪਦ ਹੈ ਸਾਡਾ, ਜਿਹੜੀ ਅਸਲੀ ਮੰਜ਼ਿਲ ਹੈ ਉਹ ਸੱਚਖੰਡ, ਸਭ ਤੋਂ ਲਾਸਟ ਤੇ ਗੁਰਦੇਵ ਨੇ ਜਪਜੀ ਸਾਹਿਬ ਦੇ ਅੰਦਰ ਦਰਸਾਈ ਹੈ। ਔਰ ਇਹਨਾਂ ਪੰਜਾਂ ਖੰਡਾਂ ਦੇ ਵਿੱਚ ਆਪਣੇ ਜੀਵਨ ਨੂੰ ਢਾਲ ਲੈਣਾ, ਇਹੀ ਮਨੁੱਖਾ ਜਨਮ ਦੀ ਅਸਲੀ ਮੰਜ਼ਿਲ ਹੈ, ਇਹੀ ਅਸਲੀ ਪ੍ਰਾਪਤੀ ਹੈ। ਅਸੀਂ ਇਹ ਗੱਲ ਵਿਚਾਰੀਏ, ਆਪਾਂ ਸਾਰੇ ਵਿਚਾਰੀਏ ਵੀ ਆਪਾਂ ਕਿਹੜੇ ਖੰਡ ਦੇ ਵਿੱਚ ਤੁਰੇ ਫਿਰਦੇ। ਜਿਹੜੇ ਕਰਮਖੰਡ ਦੇ ਵਿੱਚ ਵੀ ਪਹੁੰਚੇ, ਪਹਿਲਾ ਖੰਡ ਹੈ ਕਰਮਖੰਡ ਕੀ ਬਾਣੀ ਜੋਰ, ਉਹਨਾਂ ਦੀ ਬਾਣੀ ਦੇ ਵਿੱਚ ਜੋਰ ਆ ਜਾਂਦਾ ਹੈ। ਫਿਰ ਉਹ ਜੋ ਕਹਿੰਦੇ ਨੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੀ, ਉਹ ਫਿਰ ਸੁਣੇ ਜਾਂਦੇ ਨੇ। ਉਹਨਾਂ ਦੀ ਬਾਬਤ ਗੁਰਦੇਵ ਕਹਿੰਦੇ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਗੁਰੂ ਕੇ ਸਿੱਖ ਦੀ ਰਸਨਾ ਦਾ ਬੋਲ ਸੀ। ਸਾਧ ਸੰਗਤ ਐਸੀ ਕਲਾ ਵਰਤੀ ਗੁਰੂ ਕੇ ਸਿੱਖ ਦੀ, ਜਿਹੜੇ ਕੇਸ ਨੇ ਸਿੱਖੀ ਨੂੰ ਤਲਾਂਜਲੀ ਨਹੀਂ ਦਿੱਤੀ, ਤੇ ਮਹਾਰਾਜ ਨੇ ਲੱਜਾ ਰੱਖੀ, ਕੈਂਚੀ ਕੇਸ ਨਹੀਂ ਕੱਟ ਸਕੀ। ਸਿੱਖਾਂ ਦੇ ਘਰਾਂ ਵਿੱਚ ਜਨਮ ਲੈਣ ਵਾਲੇ ਸਿੱਖ ਨੌਜਵਾਨ ਵੀਰ ਤੇ ਭੈਣਾਂ ਜਦੋਂ ਕੁਰਸੀ ਤੇ ਬੈਠ ਕੇ ਹੱਥੀਂ ਪੈਸੇ ਦੇ ਕੇ ਆਪਣਿਆਂ ਰੋਮਾਂ ਨੂੰ, ਆਪਣਿਆਂ ਕੇਸਾਂ ਨੂੰ ਆਪ ਗੰਦੀਆਂ ਨਾਲੀਆਂ ਵਿੱਚ ਰੋੜਦੇ ਹੋ,
ਪੈਰਾਂ ਵਿੱਚ ਰੋਲਦੇ ਹੋ। ਜਦੋਂ ਭਾਈ ਤਾਰੂ ਸਿੰਘ ਜੀ ਦਾ ਲੱਥਾ ਹੋਇਆ ਖੋਪਰ ਆਪਣੀਆਂ ਅੱਖਾਂ ਅੱਗੇ ਤਸਵੀਰਾਂ ਮਿਲਦੀਆਂ ਨੇ ਆਪਾਂ ਨੂੰ, ਭਾਵੇਂ ਕਾਲਪਨਿਕ ਨੇ ਪਰ ਦਰਸਾਉਂਦੀਆਂ ਨੇ ਉਸ ਯੋਧੇ ਦੀ ਕੁਰਬਾਨੀ ਨੂੰ। ਕਦੇ ਅੱਖਾਂ ਅੱਗੇ ਲੈ ਆਇਆ ਕਰੀਏ ਵੀ ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਖੋਪਰ ਲਵਾ ਲਿਆ ਪਰ ਕੇਸਾਂ ਦੀ ਬੇਅਦਬੀ ਨਾ ਹੋਣ ਦਿੱਤੀ। ਇਹ ਕੇਸ, ਇਹ ਸਿਰ ਗੁਰੂ ਕੇ ਗੈਰਤਮੰਦਾਂ ਦੇ ਕੱਟ ਕੇ ਤਾਂ ਭਾਵੇਂ ਜ਼ਾਲਮ ਦੇ ਪੈਰਾਂ ਵਿੱਚ ਰੁੱਲ ਜਾਣ, ਪਰ ਜਿਉਂਦੀ ਜਾਨੇ ਜਾਬਰ ਦੇ ਅੱਗੇ ਕਦੇ ਝੁਕੇ ਨਹੀਂ। ਤੇ ਅਸੀਂ ਹੱਥੀਂ ਪੈਸੇ ਦੇ ਕੇ ਇਹ ਧਾਗਿਆਂ ਅੱਗੇ, ਕੈਂਚੀਆਂ ਅੱਗੇ ਝੁਕਾ ਦਿੱਤੇ। ਭੈਣੋ, ਤੁਸੀਂ ਉਹਨਾਂ ਦੀਆਂ ਵਾਰਸਾਂ ਹੋ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਜ਼ਾਲਮ ਉੱਪਰ ਸੁੱਟਦੇ ਸੀ ਤੇ ਨੇਜਿਆਂ ਤੇ ਬੋਝਦੇ ਸੀ, ਜਿਨ੍ਹਾਂ ਨੇ ਸਵਾ ਮਣ ਪੀਸਨੇ ਪੀਸੇ। ਅਣਖ ਤੇ ਗੈਰਤ ਦੇ ਪੰਨੇ ਸਾਡੀਆਂ ਭੈਣਾਂ ਨੇ ਵੀ ਰਚੇ, ਔਰ ਇਹੋ ਜਿਹੇ ਰਚੇ ਜਦੋਂ ਤੱਕ ਇਹ ਧਰਤੀ ਆਕਾਸ਼ ਇਹ ਸੰਸਾਰ ਰਹੇਗਾ। ਆਪਾਂ ਕਹਾਂਗੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਆਖੋ ਜੀ ਵਾਹਿਗੁਰੂ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਦੁਨੀਆ ਤੇ ਅਸੀਂ ਤੁਸੀਂ ਸਰੀਰ ਕਰਕੇ ਅੱਜ ਹਾਂ ਇੱਕ ਦਿਨ ਨਹੀਂ ਹੋਵਾਂਗੇ, ਪਰ ਜੀਵਨ ਦੇ ਅੰਦਰ ਸਾਡੀ ਸਾਰਿਆਂ ਦੀ ਕੀਤੀ ਹੋਈ ਕਰਨੀ ਔਰ ਸਾਡੇ ਬੋਲੇ ਹੋਏ ਬੋਲ ਉਹ ਫਿਜ਼ਾ ਦਾ ਹਿੱਸਾ ਬਣਨਗੇ। ਅਸੀਂ ਦੁਨੀਆ ਦੇ ਵਿੱਚ ਕਿਵੇਂ ਵਿਚਰੇ, ਇਸ ਗੱਲ ਦੀ ਬਾਤ ਨਾ ਸਾਡੇ ਮਗਰੋਂ ਵੀ ਪੈਂਦੀ ਰਹੇਗੀ। ਭਾਈ ਮਹਿਤਾਬ ਸਿੰਘ ਜੀ ਨੇ ਜਦੋਂ ਇਨਕਾਰ ਕਰ ਦਿੱਤਾ, ਸਾਰੇ ਲਾਲਚ ਠੁਕਰਾ ਦਿੱਤੇ। ਇੱਧਰ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੇ ਕੇਸ ਕੈਂਚੀ ਨੇ ਨਹੀਂ ਸੀ ਕੱਟੇ ਤੇ ਸਾਧ ਸੰਗਤ ਖੋਪਰ ਨੂੰ ਖੱਗਾ ਪਵਾ ਦਿੱਤਾ। ਸਿੱਖ ਨੇ ਆਖਿਆ ਖੋਪਰ ਨੂੰ ਖੱਗਾ ਪੈ ਜਾਵੇ ਪਰ ਕੇਸ ਤਾਂ ਸਾਬਤ ਹੈ ਨਾ। ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭ ਗਈ ਹੈ ਨਾ। ਲਵਾ ਲਵ ਖੂਨ ਦੀਆਂ ਧਾਰਾਂ ਵਹਿ ਰਹੀਆਂ ਸੀ, ਕਾਇਆ ਨਿਰਬਲ ਹੋਈ ਸੀ ਬੇਬਲ ਸਰੀਰ। ਉਧਰੋਂ ਜ਼ਕਰੀਆ ਖਾਨ ਨੂੰ ਵੀ ਪਿਸ਼ਾਬ ਦਾ ਬੰਨ ਪੈ ਗਿਆ ਸੀ। ਇੱਧਰ ਭਾਈ ਮਹਿਤਾਬ ਸਿੰਘ ਨੂੰ ਆਖਿਆ ਗਿਆ, ਨੂਰਦੀਨ ਨੂੰ ਆਖਿਆ ਗਿਆ ਵੀ ਇੱਕ ਵਾਰੀ ਇਹਨੂੰ ਲੈ ਕੇ ਜਾਓ, ਤਾਰੂ ਸਿੰਘ ਦੀ ਹਾਲਤ ਵੇਖੇ ਤੇ ਇਹਦਾ ਮਨ ਡੋਲ ਜਾਵੇਗਾ। ਜਦੋਂ ਤਸ਼ੱਦਦ ਹੁੰਦਾ ਵੇਖੇ, ਅੱਜ ਕੀ ਕੀਤਾ ਜਾਂਦਾ ਹੈ ਜਾਬਰਾਂ ਵੱਲੋਂ। ਸਾਧ ਸੰਗਤ ਹੀਰਿਆਂ ਵਰਗੇ ਨੌਜਵਾਨ ਜਿਨ੍ਹਾਂ ਤੇ ਬੜੀਆਂ ਆਸਾਂ ਸੀ ਸਾਨੂੰ, ਭੰਗ ਦੇ ਪਹਾੜੇ ਸਟੇਟ ਨੇ ਮੌਤ ਦੇ ਘਾਟ ਉਤਾਰ ਦਿੱਤੇ। ਤੇ ਇਹ ਉਹੀ ਨੀਤੀ ਹੈ ਨਾ ਵੀ ਇਹਨਾਂ ਨੂੰ ਡਰਾ ਦਈਏ, ਧਮਕਾ ਦਈਏ। ਔਰ ਸਾਧ ਸੰਗਤ ਇਹ ਡਰਨ ਵਾਲਿਆਂ ਦੀ ਕੌਮ ਨਹੀਂ, ਇਹ ਉਹਨਾਂ ਦੀ ਕੌਮ ਹੈ ਜਿਹੜੇ ਕਹਿੰਦੇ ਸੀ ਕਿ ਪਹਿਲਾਂ ਮੈਂ ਮੋਢਾ ਦੇਣਾ ਹੈ ਤੋਪ ਦੇ ਹੇਠਾਂ ਤੇ ਦੂਜਾ ਕਹਿੰਦਾ ਸੀ ਮੈਂ ਦੇਣਾ ਹੈ। ਇਹ ਉਸ ਵੀਰ ਸਿੰਘ ਧੀਰ ਸਿੰਘ ਦੇ ਵਾਰਸ ਹੈ ਜਿਹੜੇ ਕਹਿੰਦੇ ਸੀ ਪਹਿਲਾਂ ਮੈਂ ਕਲਗੀਧਰ ਪਾਤਸ਼ਾਹ ਦੀ ਬੰਦੂਕ ਦੇ ਅੱਗੇ ਨਿਸ਼ਾਨਾ ਬਣਨਾ ਹੈ ਤੇ ਦੂਜਾ ਕਹਿੰਦਾ ਸੀ ਮੈਂ ਬਣਨਾ ਹੈ। ਇਹਨਾਂ ਨੂੰ ਤੁਸੀਂ ਕਿਵੇਂ ਡਰਾ ਲਓਗੇ, ਕਿਵੇਂ ਧਮਕਾ ਲਓਗੇ? ਇਹਨਾਂ ਦੇ ਅੰਦਰ ਮੌਤ ਦਾ ਖੌਫ ਨਹੀਂ, ਮੌਤ ਨੂੰ ਇਹ ਖਿਡਾਵੀ ਮੰਨਦੇ ਨੇ। ਇਹਨਾਂ ਦੇ ਗੁਰੂ ਦਾ ਇਹ ਨਿਯਮ ਹੈ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੂਕਾ ਤਾਂ ਆਓ ਹਮਾਰੇ ਪਾਸ। ਇਹ ਜਦੋਂ ਗੁਰੂ ਦੇ ਸਕੂਲ ਵਿੱਚ ਦਾਖਲ ਹੁੰਦੇ ਨੇ ਤੇ ਪੰਜ ਪਿਆਰੇ ਸਾਹਿਬਾਨ ਕਹਿੰਦੇ ਨੇ ਸੀਸ ਭੇਟਾ ਕਰਨਾ ਪਵੇਗਾ। ਇਹਨਾਂ ਨੇ ਸਰਦਾਰੀ ਸੀਸ ਦੇ ਕੇ ਲਈ ਹੈ। ਤਾਂ ਸਾਧ ਸੰਗਤ ਭਾਈ ਤਾਰੂ ਸਿੰਘ ਜੀ ਜਦੋਂ ਲਬਾ ਲਬ ਖੂਨ ਵਹਿ ਰਿਹਾ ਸੀ ਤੇ ਇੱਧਰ ਭਾਈ ਮਹਿਤਾਬ ਸਿੰਘ ਨੂੰ ਆਖਿਆ ਗਿਆ ਵੀ ਇੱਕ ਵਾਰੀ ਵਿਖਾਈਏ ਹੋਇਆ ਹਸ਼ਰ ਤਾਰੂ ਸਿੰਘ ਦਾ, ਵੇਖ ਕੇ ਇਹਦਾ ਹਿਰਦਾ ਡੋਲੇਗਾ, ਡਰ ਜਾਵੇਗਾ, ਭੈ ਭੀਤ ਹੋਵੇਗਾ, ਮੌਤ ਦਾ ਡਰ, ਤੇ ਇਹ ਕਸ਼ਟ ਇਹਨੂੰ ਡਰਾਉਣਗੇ ਤੇ ਡਰ ਕੇ ਸਿੱਖੀ ਨੂੰ ਛੱਡ ਦੇਵੇਗਾ। ਆਓ ਵੇਖੀਏ ਗੁਰੂ ਕੇ ਖਾਲਸੇ ਦਾ ਆਖਰੀ ਮਿਲਾਪ ਜਿਵੇਂ ਹੋਇਆ ਭਾਈ ਤਾਰੂ ਸਿੰਘ ਦੇ ਨਾਲ। ਦਲ ਪੰਥ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਹਜ਼ੂਰੀ ਕਵੀਸ਼ਰ ਜਥਾ, ਦੋ ਕੌਮੀ ਮਰਜੀਵੜਿਆਂ ਦਾ ਅੰਤਮ ਮਿਲਾਪ, ਆਖਰੀ ਮੁਲਾਕਾਤ ਕਵਿਤਾ ਵਿੱਚ ਇੰਜ ਬਿਆਨਦਾ। ਲਿਆਂਦਾ ਗਿਆ ਲਾਹੌਰ ਵਿੱਚ ਲਾ ਕੇ ਹੱਥ ਕੜੀਆਂ ਦੀ, ਪੈਰਾਂ ਵਿੱਚ ਬੇੜੀਆਂ ਸਿਪਾਈਆਂ। ਭਾਈ ਤਾਰੂ ਸਿੰਘ ਜੀ ਨੂੰ ਮਿਲਿਆ ਮਹਿਤਾਬ ਸਿੰਘ, ਚਿਹਰੇ ਉੱਤੇ ਖੁਸ਼ੀਆਂ ਸੀ ਛਾਈਆਂ, ਚਿਹਰੇ ਉੱਤੇ ਖੁਸ਼ੀਆਂ ਸੀ ਛਾਈਆਂ। ਦੋਵੇਂ ਹੱਥ ਜੋੜ ਕੇ ਤੇ ਫਤਿਹ ਸੀ ਬੁਲਾਈ, ਫੇਰ ਗੱਜ ਕੇ ਜਕਾਰਾ ਪਹਿਲਾਂ ਲਾਇਆ। ਆਸ਼ਿਕ ਸ਼ਹਾਦਤ ਦੇ ਮਿਲੇ ਦੋਵੇਂ ਵੀਰ, ਜਦੋਂ ਰੋਮ ਰੋਮ ਖੇੜੇ ਵਿੱਚ ਆਇਆ। ਸੰਗਤ ਜੀ ਰੋਮ ਰੋਮ ਖੇੜੇ ਵਿੱਚ ਆਇਆ। ਓ ਲੱਥੀ ਹੋਈ ਖੋਪਰੀ ਸੀ
ਤਾਰੂ ਸਿੰਘ ਸੂਰਮੇ ਦੀ ਲਬਾ ਲਬ ਖੂਨ ਪਿਆ ਚੁੰਦਾ ਮਾਲਾ ਜੋ ਸ਼ਹਾਦਤਾਂ ਦੀ ਹੋ ਰਹੀ ਤਿਆਰ ਸਿੱਖਾ ਸੀਸ ਵਿੱਚ ਆਪਣਾ ਪਰਾਉਂਦਾ ਸੀਸ ਵਿੱਚ ਆਪਣਾ ਪਰਾਉਂਦਾ ਸਿਰ ਜਾਂਦਾ ਜਾਵੇ ਪਰ ਸਿੱਖੀ ਦਾ ਸਿਦਕ ਰਹੇ ਸੋਧ ਅਰਦਾਸਾ ਫਰਮਾਇਆ ਆਸ਼ਿਕ ਸ਼ਹਾਦਤ ਦੇ ਮਿਲੇ ਦੋਵੇਂ ਵੀਰ ਜਦੋਂ ਰੋਮ ਰੋਮ ਖੇੜੇ ਵਿੱਚ ਆਇਆ ਸੰਗਤ ਜੀ ਰੋਮ ਰੋਮ ਖੇੜੇ ਵਿੱਚ ਆਇਆ ਆਓ ਆਖਿਆ ਮਤਾਬ ਸਿੰਘਾ ਧੰਨ ਪਾਈ ਤਾਰੂ ਸਿੰਘਾ ਆਖਿਆ ਮਤਾਬ ਸਿੰਘਾ ਧੰਨ ਪਾਈ ਤਾਰੂ ਸਿੰਘਾ ਧੰਨ ਤੇਰੀ ਕਰਨੀ ਜਵਾਨਾ ਕਰਨੀ ਤੇਰੀ ਨੂੰ ਸਦਾ ਹੋਵੇਗੀ ਨਮਸਕਾਰ ਯਾਦ ਰੱਖੂ ਸਾਰਾ ਹੀ ਜਮਾਨਾ ਯਾਦ ਰੱਖੂ ਸਾਰਾ ਹੀ ਜਮਾਨਾ ਧੰਨ ਭਾਗ ਮੇਰੇ ਯਾਰਾ ਹੋ ਗਿਆ ਦਿਲਾਦ ਤੇਰਾ ਪਿਆਰ ਤੇਰਾ ਖਿੱਚ ਮੈਨੂੰ ਲਿਆਇਆ ਆਸ਼ਿਕ ਸ਼ਹਾਦਤ ਦੇ ਮਿਲੇ ਦੋਵੇਂ ਵੀਰ ਜਦੋਂ ਰੋਮ ਰੋਮ ਖੇੜੇ ਵਿੱਚ ਆਇਆ ਸੰਗਤ ਜੀ ਰੋਮ ਰੋਮ ਖੇੜੇ ਵਿੱਚ ਆਇਆ ਆਓ ਆਖੇ ਪਾਈ ਤਾਰੂ ਸਿੰਘਾ ਧੰਨ ਤੂੰ ਮਤਾਬ ਸਿੰਘਾ ਅਣਖੀ ਮਰਦ ਪਰਤੀਲਾ ਗੁਰੂ ਰਾਮਦਾਸ ਜੀ ਦੀ ਕਿਰਪਾ ਤੁਸਾਂ ਤੇ ਹੋਈ ਮੱਸਾ ਨਾਗ ਮਾਰਿਆ ਜ਼ਰੀਲਾ ਮੱਸਾ ਨਾਗ ਮਾਰਿਆ ਜ਼ਰੀਲਾ ਬਖਸ਼ਿਆ ਦਰਸ਼ ਮੈਨੂੰ ਆਖਰੀ ਸਵਾਸਾਂ ਵੇਲੇ ਦਿਲ ਦਾ ਪ੍ਰੇਮ ਪ੍ਰਗਟਾਇਆ ਆਸ਼ਿਕ ਸ਼ਹਾਦਤ ਦੇ ਮਿਲੇ ਦੋਵੇਂ ਵੀਰ ਜਦੋਂ ਰੋਮ ਰੋਮ ਖੇੜੇ ਵਿੱਚ ਆਇਆ ਸੰਗਤ ਜੀ ਰੋਮ ਰੋਮ ਖੇੜੇ ਵਿੱਚ ਆਇਆ ਆਓ ਮੁਲਾਕਾਤ ਆਖਰੀ ਹੈ ਅੱਜ ਦੀ ਅਸਾਂ ਦੀ ਕਹਿੰਦੇ ਮੁਲਾਕਾਤ ਆਖਰੀ ਹੈ ਅੱਜ ਦੀ ਅਸਾਂ ਦੀ ਕਹਿੰਦੇ ਸੱਚਖੰਡ ਮਿਲਾਂਗੇ ਦੁਬਾਰਾ ਈਨ ਕੋਈ ਮੰਨਦੇ ਨਾ ਸੂਰਮੇ ਦਲੇਰ ਦੋਵੇਂ ਲਾਇਆ ਬੜਾ ਤੁਰਕਾਂ ਨੇ ਚਾਰਾ ਲਾਇਆ ਬੜਾ ਤੁਰਕਾਂ ਨੇ ਚਾਰਾ ਲਿਖੇ ਗੁਰਜੰਟ ਸਿੰਘ ਬੈਂਕਾ ਜੋ ਹਜੂਰੀ ਕਵੀ ਸ਼ਾਂਤ ਜੋ ਸ਼ਹੀਦਾਂ ਨੇ ਲਿਖਾਇਆ ਆਸ਼ਿਕ ਸ਼ਹਾਦਤ ਦੇ ਮਿਲੇ ਦੋਵੇਂ ਵੀਰ ਜਦੋਂ ਰੋਮ ਰੋਮ ਖੇੜੇ ਵਿੱਚ ਆਇਆ ਸੰਗਤ ਜੀ ਰੋਮ ਰੋਮ ਖੇੜੇ ਵਿੱਚ ਆਇਆ ਪਾਤਸ਼ਾਹੀ ਦਾ ਦਾਵਾ ਰੱਖਣ ਵਾਲੇ ਦੋਵੇਂ ਹੀ ਮਰਜੀਵੜੇ ਦੋਵੇਂ ਹੀ ਕੌਮੀ ਜਰਨੈਲ ਭਾਈ ਤਾਰੂ ਸਿੰਘ ਜੀ ਤੇ ਭਾਈ ਮਤਾਬ ਸਿੰਘ ਜੀ ਜਦੋਂ ਆਪਸ ਦੇ ਵਿੱਚ ਮਿਲੇ ਰੋਮ ਰੋਮ ਖਿੜ ਗਿਆ ਦੋਵਾਂ ਨੇ ਫਤਿਹ ਦੀ ਸਾਂਝ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮਾ ਤੋਂ ਦੋਵੇਂ ਸੰਤ ਸਨ ਸੰਤ ਤੇ ਸਿਪਾਹੀ ਇਹ ਦੋਵੇਂ ਹੀ ਰੁਤਬੇ ਇਹਨਾਂ ਯੋਧਿਆਂ ਕੋਲੇ ਸਨ ਤੇ ਗੁਰਦੇਵ ਕਹਿੰਦੇ ਸੰਤੈ ਸੰਤ ਮਿਲੈ ਮਨ ਬਿਗਸੈ ਜਿਉਂ ਜਲ ਮਿਲ ਕਮਲ ਸਵਾਰੇ ਜਦੋਂ ਅਸਲੀ ਸੰਤ ਨੂੰ ਮਿਲਦਾ ਹੈ ਨਾ ਇਵੇਂ ਖਿੜਦਾ ਹੈ ਜਿਵੇਂ ਕਮਲ ਜਲ ਦੇ ਨਾਲ ਮਿਲ ਕੇ ਖਿੜਦਾ ਹੈ ਤੇ ਜੇ ਤਕਰਾਰ ਸ਼ੁਰੂ ਹੋ ਜਾਂਦੀ ਹੈ ਜੇ ਇੱਕ ਦੂਜੇ ਨੂੰ ਵੇਖ ਕੇ ਮੱਥੇ ਤੇ ਤਿਉੜੀਆਂ ਪੈ ਜਾਂਦੀਆਂ ਤੇ ਫਿਰ ਸਿੱਖ ਨਹੀਂ ਹੋ ਸਕਦਾ ਫਿਰ ਸੰਤ ਨਹੀਂ ਹੋ ਸਕਦਾ ਫਿਰ ਮਰਜੀਵੜਾ ਤੇ ਧਰਮੀ ਨਹੀਂ ਅਖਵਾ ਸਕਦਾ ਸਾਧ ਸੰਗਤ ਇਹ ਰੁਤਬੇ ਕਰਨੀ ਦਿੰਦੀ ਹੈ ਔਰ ਕਰਨੀ ਸਿੱਖ ਕੌਮ ਦੇ ਅੰਦਰ ਸਿੱਖ ਧਰਮ ਦੇ ਅੰਦਰ
ਗੁਰੂ ਸਾਹਿਬ ਜੀ ਦੀਆਂ ਨਜ਼ਰਾਂ ਦੇ ਵਿੱਚ ਪ੍ਰਧਾਨ ਹੈ। ਜਿਨ੍ਹਾਂ ਜਿਨ੍ਹਾਂ ਨੇ ਕਰਨੀ ਕੀਤੀ ਉਹਨਾਂ ਨੂੰ ਸਟੇਜਾਂ ਤੋਂ ਗਾਵਿਆ ਗਿਆ। ਕੋਈ ਰਾਜੇ ਦਾ ਇਤਿਹਾਸ ਨਹੀਂ ਗਾਇਆ ਜਾਂਦਾ ਗੁਰੂ ਦੀ ਹਾਜ਼ਰੀ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਨੂੰ ਗਾਇਆ ਜਾਂਦਾ ਹੈ। ਕਿਉਂ ਗਾਇਆ ਜਾਂਦਾ ਹੈ? ਕਿਉਂਕਿ ਉਹਨੇ ਕਰਨੀ ਚੰਗੀ ਕੀਤੀ ਸੰਸਾਰ ਦੇ ਅੰਦਰ। ਨਹੀਂ ਤਾਂ ਤੁਲਸੀ ਕਹਿੰਦਾ ਹੈ, ਬਹੁਤ ਸਿਆਣਾ ਦਾਰਸ਼ਨਿਕ ਮਹਾਂਪੁਰਖ ਹੋਇਆ ਤੁਲਸੀ, ਉਹ ਕਹਿੰਦਾ ਤੁਲਸੀ ਐਸੋ ਕੌਣ ਭਵ ਮਾਹੀ, ਰਾਜ ਪਾਏ ਮਦ ਆਵਤ ਨਾਹੀ। ਇਹੋ ਜਿਹਾ ਕੌਣ ਹੈ ਜਿਹੜਾ ਰਾਜ ਗੱਦੀ ਤੇ ਬਹਿ ਜਾਵੇ ਤੇ ਰਾਜ ਦਾ ਨਸ਼ਾ ਨਾ ਜਿਹਦੇ ਸਿਰ ਤੇ ਚੜੇ। ਬੜੀਆਂ ਬੜੀਆਂ ਦਾਅਵੇਦਾਰੀਆਂ ਮਿੱਟੀ ਦੇ ਵਿੱਚ ਮਿਲ ਜਾਂਦੀਆਂ। ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਬੜੇ ਬੜੇ ਵਾਅਦੇ ਕੀਤੇ ਜਾਂਦੇ ਨੇ, ਬੜੇ ਬੜੇ ਝੂਠ ਦੇ ਪਲੰਦੇ, ਜ਼ਮੀਨ ਅਸਮਾਨ ਦੇ ਕਲਾਪੇ ਮਿਲਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਪਰ ਰਾਜ ਗੱਦੀਆਂ ਤੇ ਬਹਿ ਕੇ ਫਿਰ ਪਹਿਲਿਆਂ ਵਾਲੀ ਕਾਰਗੁਜ਼ਾਰੀ ਸ਼ੁਰੂ ਹੋ ਜਾਂਦੀ ਹੈ। ਇਹ ਰਾਜ ਦਾ ਨਸ਼ਾ ਹੈ ਔਰ ਇਹ ਸਾਰਿਆਂ ਦੇ ਸਿਰ ਤੇ ਸਵਾਰ ਹੋ ਜਾਂਦਾ ਹੈ। ਉਹਨਾਂ ਦੇ ਸਿਰ ਤੇ ਨਹੀਂ ਸਵਾਰ ਹੁੰਦਾ ਜਿਨ੍ਹਾਂ ਦੇ ਪੱਲੇ ਧਰਮ ਹੋਵੇ। ਉਹ ਫਿਰ ਧਰਮ ਦੀ ਅਧੀਨਗੀ ਦੇ ਵਿੱਚ ਚੱਲਦੇ ਨੇ, ਤੇ ਜਿਹੜੇ ਧਰਮ ਦੀ ਅਧੀਨਗੀ ਤੋਂ ਬਾਹਰ ਚਲੇ ਜਾਂਦੇ ਨੇ ਉਹ ਧਰਮ ਨੂੰ ਅਧੀਨ ਕਰਨਾ ਚਾਹੁੰਦੇ ਨੇ। ਇਸ ਗੱਲ ਨੂੰ ਸਾਡੇ ਤੋਂ ਚੰਗੀ ਹੋਰ ਕੌਣ ਜਾਣ ਸਕਦਾ ਹੈ। ਸਾਧ ਸੰਗਤ, ਜਦੋਂ ਕੋਈ ਵੀ ਲਹਿਰ ਚੱਲਦੀ ਹੈ ਤੇ ਉਹ ਧਰਮ ਦੇ ਨਾਂ ਤੇ ਚੱਲਦੀ ਹੈ। ਪਹਿਲਾਂ ਲੋਕਾਂ ਤੋਂ ਤਾਕਤ ਹਾਸਲ ਕਰਕੇ ਧਰਮ ਦੀ ਆੜ ਲੈ ਕੇ ਤੇ ਫਿਰ ਰਾਜਨੀਤੀ ਦੇ ਵਿੱਚ ਢਲ ਜਾਂਦੀ ਹੈ। ਜਿਹੜੀ ਕੋਈ ਸੰਸਥਾ ਧਰਮ ਦੀ ਆੜ ਲੈ ਕੇ ਖੜੀ ਹੋਈ ਹੋਵੇ ਤੇ ਜੇ ਉਹੀ ਧਰਮ ਨੂੰ ਆਪਣੀ ਅਧੀਨਗੀ ਦੇ ਵਿੱਚ ਚਲਾਉਣ ਦਾ ਯਤਨ ਕਰੇ ਤੇ ਫਿਰ ਕਿਹੜੀ ਚੜ੍ਹਦੀ ਕਲਾ ਦੀ ਆਸ ਰੱਖ ਸਕਦੇ ਹਾਂ ਅਸੀਂ। ਉਸੇ ਦੇ ਖਮਿਆਜੇ ਅਸੀਂ ਭੁਗਤ ਰਹੇ ਹਾਂ। ਅਸੀਂ ਯਤਨ ਕੀਤਾ, ਸਾਡੀਆਂ ਸੰਸਥਾਵਾਂ ਨੇ, ਸਾਡੀਆਂ ਖੜੀਆਂ ਕੀਤੀਆਂ ਸਿੱਖ ਰਾਜਨੀਤਿਕ ਪਾਰਟੀਆਂ ਨੇ ਕਿ ਧਰਮ ਨੂੰ ਆਪਣੀ ਅਧੀਨਗੀ ਦੇ ਵਿੱਚ ਚਲਾ ਲਈਏ। ਸਾਧ ਸੰਗਤ, ਇੱਕ ਪਾਸੇ ਰਾਜਨੀਤੀ ਸੀ, ਇੱਕ ਪਾਸੇ ਧਰਮ ਸੀ। ਅਕਾਲੀ ਫੂਲਾ ਸਿੰਘ ਉਦੋਂ ਜਥੇਦਾਰ ਸੀ। ਮਹਾਰਾਜਾ ਰਣਜੀਤ ਸਿੰਘ ਦਾ ਪੱਖ ਰਾਜਨੀਤਿਕ ਸੀ ਤੇ ਰਾਜਨੀਤਿਕ ਪੱਖ ਤੋਪਖਾਨਾ ਉਡੀਕ ਰਿਹਾ ਸੀ ਤੇ ਧਾਰਮਿਕ ਪੱਖ ਕਹਿੰਦਾ ਸੀ ਗੁਰਦੇਵ ਦੇ ਚਰਨਾਂ ਦੇ ਵਿੱਚ ਕੀਤੀ ਹੋਈ ਅਰਦਾਸ ਤੋਂ ਨਹੀਂ ਮੁਨਕਰ ਹੋਇਆ ਜਾਂਦਾ। ਰਾਜਾ ਜੀ ਤੁਸੀਂ ਉਡੀਕ ਲਓ ਆਪਣੀਆਂ ਤੋਪਾਂ, ਸਾਨੂੰ ਇਹਨਾਂ ਤੇਗਾਂ ਤੇ ਮਾਣ ਹੈ ਤੇ ਸਾਨੂੰ ਫਖਰ ਹੈ ਆਪਣੇ ਗੁਰੂ ਦੇ ਚਰਨਾਂ ਵਿੱਚ ਕੀਤੀ ਅਰਦਾਸ ਤੇ। ਇੱਕ ਪਾਸੇ ਧਰਮ ਹੈ, ਇੱਕ ਪਾਸੇ ਰਾਜਨੀਤੀ ਹੈ। ਪਰ ਉਦੋਂ ਧਰਮ ਦੇ ਜਥੇਦਾਰ ਆਗੂ ਬਣ ਕੇ ਅੱਗੇ ਚੱਲਦੇ ਸੀ ਜਿੱਧਰ ਮੌਤ ਦਿਸਦੀ ਸੀ। ਮੈਂ ਪਹਿਲਾਂ ਬੇਨਤੀ ਕੀਤੀ, ਪਰਵਾਨਾ ਕਦੇ ਸ਼ਮਾ ਨੂੰ ਵੇਖ ਕੇ ਨਹੀਂ ਮੁੜਦਾ। ਪਰਵਾਨਾ ਸ਼ਮਾ ਤੇ ਕੁਰਬਾਨ ਹੋ ਜਾਂਦਾ। ਮੁਲਤਾਨ ਦੀ ਜੰਗ ਦੇ ਵੇਲੇ ਅਕਾਲੀ ਜੀ ਨੇ ਆਖਿਆ ਅਸੀਂ ਅੱਗੇ ਲੱਗ ਕੇ ਜਾਵਾਂਗੇ। ਉੱਥੇ ਪਹੁੰਚ ਗਏ। ਟਿੱਕਾ ਖੜਗ ਸਿੰਘ ਦੀ ਡਿਊਟੀ ਸੀ। ਉਹਨਾਂ ਆਖਿਆ ਤੁਸੀਂ ਕੌਮ ਦੇ ਜਥੇਦਾਰ ਹੋ, ਤੁਹਾਡੀ ਬੜੀ ਲੋੜ ਹੈ, ਤੁਸੀਂ ਆ ਗਏ ਹੋ, ਜੀ ਆਇਆਂ ਨੂੰ, ਤੰਬੂ ਲੱਗਾ ਹੈ, ਆਰਾਮ ਫਰਮਾਓ। ਉਹਨੇ ਆਖਿਆ ਸਾਹਮਣੇ ਕਿਲੇ ਦੇ ਉੱਤੇ ਹੈਦਰੀ ਝੰਡਾ ਝੂਲਦਾ ਹੋਵੇ ਤੇ ਕੌਮ ਦੇ ਜਥੇਦਾਰ ਨੂੰ ਤੂੰ ਆਰਾਮ ਕਰਨ ਵਾਸਤੇ ਆਖੇ? ਜਾਂ ਤੂੰ ਚਲਿਆ ਜਾ ਆਪਦੇ ਪਿਓ ਦੇ ਕੋਲੇ। ਮੈਂ ਤਾਂ ਕੌਮੀ ਜਥੇਦਾਰ ਹਾਂ। ਮੈਂ ਕਦੇ ਸ਼ਮਾ ਨੂੰ ਬਲਦੀ ਨੂੰ ਵੇਖ ਕੇ ਮੁੜਨ ਵਾਲਾ ਪਰਵਾਨਾ ਨਹੀਂ, ਮੈਂ ਅਸਲੀ ਪਰਵਾਨਾ। ਸਾਧ ਸੰਗਤ, ਇਹੀ ਸਾਡੀ ਤਵਾਰੀਖ ਹੈ ਨਾ। ਭਾਈ ਮਤਾਬ ਸਿੰਘ ਜੀ ਸਾਹਮਣੇ ਵੱਡੇ ਵੱਡੇ ਲਾਲਚ ਨਹੀਂ ਡੋਲੇ। ਭਾਈ ਤਾਰੂ ਸਿੰਘ ਦੇ ਨਾਲ ਮਿਲਾਪ ਕੀਤਾ, ਆਪਸੀ ਮੁਹੱਬਤ ਦੀਆਂ ਬਾਤਾਂ ਪਾਈਆਂ ਤੇ ਸਾਧ ਸੰਗਤ ਚਿਹਰਾ ਖਿੜਿਆ ਹੋਇਆ ਤੇ ਵੇਖ ਕੇ ਮੂੰਹ ਵਿੱਚ ਉਂਗਲਾਂ ਪਾ ਲਈਆਂ। ਜਿਹੜੇ ਲੈ ਕੇ ਆਏ ਸੀ ਨੂਰਦੀਨ ਵਰਗੇ ਕਹਿਣ ਲੱਗੇ ਇਹ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਖਿੜ ਗਿਆ, ਇਹ ਤਾਂ ਚੜ੍ਹਦੀ ਕਲਾ ਦੀਆਂ ਬਾਤਾਂ ਪਾਉਂਦੇ ਨੇ ਤੇ ਇਹਨਾਂ ਨੂੰ ਕਿਵੇਂ ਡਲਾਇਆ ਜਾ ਸਕਦਾ ਹੈ। ਫਿਰ ਦੁਬਾਰਾ ਵੱਡੇ ਵੱਡੇ ਲਾਲਚ ਦਿੱਤੇ ਗਏ। ਸਿੱਖ ਨੇ ਆਖਿਆ ਜੇ ਤਾਂ ਕੋਈ ਮੇਰੇ ਤੋਂ ਪਹਿਲਾਂ ਜਿਹਦੇ ਚਿਹਰੇ ਤੇ ਦਾੜਾ ਹੋਵੇ, ਸਿਰ ਤੇ ਦਸਤਾਰਾ ਹੋਵੇ, ਗਾਤਰੇ ਸ੍ਰੀ ਸਾਹਿਬ ਹੋਵੇ, 5 ਕਕਾਰਾਂ ਦਾ ਧਾਰਨਿਕ ਹੋਵੇ, ਬਾਣੀ ਪੜ੍ਹਨ ਵਾਲਾ ਹੋਵੇ ਗੁਰੂ ਦੀ, ਜੇ ਤਾਂ ਮੇਰੇ ਵਰਗਾ ਕੋਈ ਇੱਥੇ ਕਿੰਨੇ ਆਏ ਪਹਿਲਾਂ ਸਿੱਖ, ਜੇ ਤਾਂ ਕੋਈ ਡੋਲ ਗਿਆ ਹੈ ਤੁਹਾਡੇ ਲਾਲਚਾਂ ਨੂੰ ਵੇਖ ਕੇ, ਫਿਰ ਤਾਂ ਮੇਰੇ ਤੇ ਵੀ ਸਮਾਂ ਜਾਇਆ ਕਰੋ, ਨਹੀਂ ਤੇ ਫਿਰ ਐਵੇਂ ਆਪਣਾ ਸਮਾਂ ਨਾ ਬਰਬਾਦ ਕਰੋ। ਤੁਸੀਂ ਜੋ ਕਰਨਾ ਕਰ ਲਓ, ਮੈਂ ਕਦੇ ਵੀ ਸਿੱਖੀ ਨੂੰ ਤਲਾਂਜਲੀ ਨਹੀਂ ਦੇਵਾਂਗਾ। ਇੰਨੀ ਨਿਰਭੈਤਾ, ਇੰਨੀ ਦ੍ਰਿੜਤਾ ਗੁਰੂ ਕੀ ਸਿੱਖੀ ਦੀ। ਸਾਧ ਸੰਗਤ ਸਿਰ ਚੜ੍ਹ ਕੇ ਬੋਲ ਰਹੀ ਸੀ ਤੇ ਸਾਹਮਣੇ ਹਰਭਗਤ ਨਿਰੰਜਨੀ ਜੰਡਿਆਲੇ ਵਾਲਾ ਚੁਗਲਖੋਰ, ਉਹ ਕਹਿੰਦਾ ਏ ਨੂਰਦੀਨ ਸਾਹਿਬ, ਜਿਹੜੀ ਤਿੱਖਿਆਂ ਦੰਦਿਆਂ ਵਾਲੀ ਚਰਖੜੀ ਹੈ ਨਾ ਨਖਾਸ ਚੌਂਕ ਦੇ ਵਿੱਚ, ਇੱਕ ਝੂਟਾ ਉਹਦੇ ਤੇ ਦਵਾਈਏ ਤੇ ਫੇਰ ਪੁੱਛੀਏ ਵੀ ਸਿੱਖੀ ਕੀ ਹੁੰਦੀ ਹੈ। ਇਹਨੂੰ ਵੇਖਿਓ, ਵੇਖਦਿਆਂ ਸਾਰੀ ਇਹਦੀ ਸਿੱਖੀ ਦੌੜ ਜਾਵੇਗੀ ਤੇ ਮੰਨ ਜਾਵੇਗਾ। ਲੈ ਗਏ ਨਖਾਸ ਚੌਂਕ ਦੇ ਅੰਦਰ। ਪਹਿਲਾਂ ਕਈ ਆਸ਼ਕ ਪਰਖੇ ਗਏ, ਇਸ਼ਕ ਹਕੀਕੀ ਵਾਲੇ,
ਇਸ ਚਰਖੜੀ ਤੇ ਚੜਨ ਤੋਂ ਸੂਰਮੇ ਗੈਰਤਮੰਦ ਨਹੀਂ ਡੋਲਦੇ। ਆਓ ਵੇਖੀਏ ਇਸ਼ਕ ਹਕੀਕੀ ਦਾ ਆਸ਼ਕ ਉਸ ਤਿੱਖਿਆਂ ਦੰਦਿਆਂ ਵਾਲੀ ਚਰਖੜੀ ਤੇ ਚੜ ਕੇ ਪ੍ਰੇਮ ਦੇ ਹਲਾਰੇ ਇਉਂ ਲੈਣ ਲੱਗਾ। ਚੁਗਲ ਖੋਰ ਹਰ ਭਗਤ ਨਰੰਜਣੀ ਜੋ ਜੰਡਿਆਲੇ ਵਾਲਾ ਸਜਾ ਦੇਣ ਲਈ ਗਏ ਖਾਨ ਨੂੰ ਜ਼ਾਲਮ ਦਿਲ ਦਾ ਕਾਲਾ। ਚਾੜਨ ਲੱਗੇ ਫੇਰ ਚਰਖੜੀ ਲਾਲਚ ਦੇ ਜਦ ਹਾਰੇ ਚੜ ਚਰਖੀ ਮਹਿਤਾਬ ਸਿੰਘ ਕਹੇ ਆਉਂਦੇ ਪ੍ਰੇਮ ਹਲਾਰੇ। ਆਓ ਚੁਗਲ ਖੋਰ ਹਰ ਭਗਤ ਨਰੰਜਣੀ ਜੋ ਜੰਡਿਆਲੇ ਵਾਲਾ ਸਜਾ ਦੇਣ ਲਈ ਗਏ ਖਾਨ ਨੂੰ ਜ਼ਾਲਮ ਦਿਲ ਦਾ ਕਾਲਾ। ਚਾੜਨ ਲੱਗੇ ਫੇਰ ਚਰਖੜੀ ਲਾਲਚ ਦੇ ਜਦ ਹਾਰੇ ਚੜ ਚਰਖੀ ਮਹਿਤਾਬ ਸਿੰਘ ਕਹੇ ਆਉਂਦੇ ਪ੍ਰੇਮ ਹੁਲਾਰੇ। ਆਓ ਮੋਲੇ ਤਾਰ ਪਵੇ ਜਿਉ ਵਰਖਾ ਖੂਨ ਸਰੀਰੋਂ ਚੋਵੇ ਮਿੱਚ ਡਿੱਗੇ ਜਿਉ ਅਣਖ ਦਾ ਸਾਬਣ ਦਾਗ ਜ਼ੁਲਮ ਦੇ ਧੋਵੇ। ਜਿਗਰਾ ਵਾਂਗ ਸੁਮੇਰ ਦੇ ਟਿਕਿਆ ਪੱਕੇ ਜਜ਼ਬੇ ਤਾਰੇ ਚੜ ਚਰਖੀ ਮਹਿਤਾਬ ਸਿੰਘ ਕਹੇ ਆਉਂਦੇ ਪ੍ਰੇਮ ਹੁਲਾਰੇ। ਆਓ ਗੇੜ 84 ਮੁੱਕਦਾ ਜਾਂਦਾ ਗੇੜ 84 ਮੁੱਕਦਾ ਜਾਂਦਾ ਜਿਉਂ ਜਿਉਂ ਦੇਵੇ ਗੇੜੇ ਮੋਹ ਮਾਇਆ ਮਮਤਾ ਨੂੰ ਮਾਰਿਆ ਪਾਰ ਹੋ ਗਏ ਬੇੜੇ। ਐਸੇ ਜੋਧਿਆਂ ਉੱਤੇ ਨਾ ਕੋਈ ਚੱਲਦੇ ਜਮਾਂ ਦੇ ਚਾਰੇ ਚੜ ਚਰਖੀ ਮਹਿਤਾਬ ਸਿੰਘ ਕਹੇ ਆਉਂਦੇ ਪ੍ਰੇਮ ਹੁਲਾਰੇ। ਆਓ ਵੇਲਣੇ ਦੇ ਵਿੱਚ ਗੰਨਿਆਂ ਵਾਂਗ ਵੇਲਣ ਦੇ ਵਿੱਚ ਗੰਨਿਆਂ ਵਾਂਗਰ ਪੀੜ ਦਿੱਤਾ ਤਨ ਸਾਰਾ ਪੱਛੀਆਂ ਵਾਂਗ ਸਰੀਰ ਹੋ ਗਿਆ ਫਿਰ ਵੀ ਧਰਮ ਨਹਾਰਾ। ਆਸ਼ਿਕ ਇਸ਼ਕ ਹਕੀਕੀ ਦਾ ਸੀ ਲੈ ਗਿਆ ਅਜਬ ਨਜ਼ਾਰੇ ਚੜ ਚਰਖੀ ਮਹਿਤਾਬ ਸਿੰਘ ਕਹੇ ਆਉਂਦੇ ਪ੍ਰੇਮ ਹੁਲਾਰੇ। ਆਓ ਧਰਤੀ ਡੋਲੀ ਅੰਬਰ ਕੰਬਿਆ ਵੈਣ ਪੰਛੀਆਂ ਪਾਏ ਪਰ ਜੋ ਦੇ ਦੀ ਰਸਨਾ ਤੋਂ ਨਾ ਲਫ਼ਜ਼ ਨਿਕਲਿਆ ਲਫ਼ਜ਼ ਨਿਕਲਿਆ ਕਰ ਗਿਆ ਪਰਚਾ ਪਾਸ ਸਿਦਕ ਦਾ ਜਾਈਏ ਉਸ ਤੋਂ ਵਾਰੇ ਚੜ ਚਰਖੀ ਮਹਿਤਾਬ ਸਿੰਘ ਕਹੇ ਆਉਂਦੇ ਪ੍ਰੇਮ ਹੁਲਾਰੇ। ਆਓ ਸਿੱਖੀ ਵਾਲੀ ਛਮਾ ਦੇ ਉੱਪਰ ਬਣ ਪਰਵਾਨਾ ਸੜਿਆ ਨਾਮ ਸੁਨਹਿਰੀ ਪੰਨਿਆਂ ਉੱਤੇ ਵਿੱਚ ਇਤਿਹਾਸ ਦੇ ਜੜਿਆ। ਓੜਕ ਨਿਭੀ ਪਰੀਤੀ ਉਸ ਦੀ ਚੱਲਤ ਸੀ ਏ ਪਾਰੇ ਚੜ ਚਰਖੀ ਮਹਿਤਾਬ ਸਿੰਘ ਕਹੇ ਆਉਂਦੇ ਪ੍ਰੇਮ ਹੁਲਾਰੇ। ਆਓ ਧਰਮ ਅਣਖ ਗੈਰਤ ਲਈ ਮਰਦੇ ਧਰਮ ਅਣਖ ਗੈਰਤ ਲਈ ਮਰਦੇ ਸਦਾ ਸੂਰ ਮੇ ਜਾਉਂਦੇ ਸ਼ਹਿਰ ਫੇਰ ਗੁਰਜਨ
ਜਾਏ ਉਹਨਾਂ ਤਾਈ ਗਾਉਂਦੇ। ਗੌਣ ਕਵੀਸ਼ਰ ਕਵਿਤਾ ਲਿਖ ਕੇ ਬੈਂਕਾ ਉਹਨਾਂ ਬਾਰੇ ਚੜ ਚੜਖੀ ਮਹਿਤਾਬ ਸਿੰਘ ਕਹੇ ਆਉਂਦੇ ਪ੍ਰੇਮ ਆਉਂਦੇ ਪ੍ਰੇਮ ਆਉਂਦੇ ਪ੍ਰੇਮ ਹੁਲਾਰੇ। ਸਰੀਰ ਛਾਨਣੀ ਛਾਨਣੀ ਹੋ ਗਿਆ, ਲਬਾ ਲਬ ਖੂਨ ਵਹਿਣ ਲੱਗਾ, ਪਰ ਗੈਰਤਮੰਦ ਅੰਤਮ ਸਵਾਸਾਂ ਤੱਕ ਸਿੱਖੀ ਦਾ ਸਿੱਧਕ ਭਰੋਸਾ ਨਿਭਾ ਕੇ ਕਲਗੀਧਰ ਪਾਤਸ਼ਾਹ ਦੀ ਗੋਦ ਦੇ ਵਿੱਚ ਜਾ ਬਰਾਜਿਆ ਤੇ ਜਾਬਰ ਮੂੰਹ ਦੇ ਵਿੱਚ ਉਂਗਲਾਂ ਪਾ ਕੇ ਵੇਖਦੇ ਰਹੇ। ਇੱਕ ਐਸਾ ਸਿੱਖੀ ਦਾ ਸਿੱਧਕ ਹੈ, ਇਹ ਸਿੱਖ ਕਦੇ ਵੀ ਨਹੀਂ ਖਤਮ ਹੋ ਸਕਦੇ। ਮਨ ਹੀ ਮਨ ਉਹਨਾਂ ਦੇ ਐਸੇ ਵਿਚਾਰ ਉੱਠ ਰਹੇ ਸਨ। ਤੋ ਇਸੇ ਪ੍ਰਕਾਰ ਸਾਧ ਸੰਗਤ ਬੇਅੰਤ ਗੁਰੂ ਕੇ ਸਿੱਖਾਂ ਨੇ ਇਸ ਸਿੱਖੀ ਦੇ ਉੱਪਰੋਂ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ। ਔਰ ਉਹ ਸਮੇਂ ਦਾ ਦੌਰ ਜਦੋਂ ਸਮੇਂ ਦੀ ਹਕੂਮਤ ਸਾਨੂੰ ਦਬਾਉਣਾ ਚਾਹੁੰਦੀ ਸੀ, ਔਰ ਉਸ ਦੌਰ ਦੇ ਅੰਦਰ ਬੇਅੰਤ ਸਿੱਖਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ, ਜ਼ਬਰ ਦੇ ਨਾਲ ਲੜੇ, ਜਿਨ੍ਹਾਂ ਦੇ ਵਿੱਚੋਂ ਇੱਕ ਅਹਿਮ ਨਾਮ ਹੈ ਭਾਈ ਸਰਬਜੀਤ ਸਿੰਘ ਜੀ ਜੌਲ। ਸੋ ਨਿਰਧਾਰਤ ਸਮੇਂ ਦੇ ਵਿੱਚੋਂ ਕੁਝ ਹੀ ਮਿੰਟ ਬਾਕੀ ਨੇ, 5 ਮਿੰਟਾਂ ਦੇ ਵਿੱਚ ਆਓ ਆਪਾਂ ਇਸੇ ਹੀ ਸਮਾਗਮ ਤੇ ਪਿਛਲੇ ਸਾਲ ਇੱਕ ਕਵਿਤਾ ਲਿਖੀ ਸੀ ਭਾਈ ਸਰਬਜੀਤ ਸਿੰਘ ਜੀ ਹੋਰਾਂ ਦੀ ਯਾਦ ਨੂੰ ਸਮਰਪਿਤ, ਇਹ ਕਹਿ ਕੇ ਫਿਰ ਫਤਿਹ ਬੁਲਾ ਦੇਣੀ ਹੈ। ਸੁਣੀਏ ਇੰਜ ਬੇਨਤੀ। ਅਣਖੀ ਜੰਮਦਾ ਟਾਵਾ ਟਾਵਾ ਮੈਂ ਅਣਖੀ ਦੀ ਬਾਤ ਸੁਣਾਵਾ, ਮੈਂ ਚਾਹੁੰਦੀ ਉਸ ਜੋਧੇ ਦਾ ਗਾਵਾ, ਮੈਂ ਚਾਹੁੰਦੀ ਉਸ ਜੋਧੇ ਦਾ ਗਾਵਾ ਜੋ ਕਰਨੀ ਦਾ ਪੂਰਾ ਜੀ। ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ, ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ। ਆ ਪੁੱਤ ਬਲਬੀਰ ਸਿੰਘ ਦਾ ਪਾ ਪਿਆਰਾ, ਸਮਿੰਦਰ ਕੌਰ ਦੀ ਅੱਖ ਦਾ ਤਾਰਾ, ਕਰਗਾ ਕਰਮ ਸੂਰਮਾ ਨਿਆਰਾ ਸਦ ਜਾਬਰ ਨੂੰ ਪੂਰਾ ਜੀ। ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ, ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ। ਆਓ ਪਿੰਡ ਜੌਲ ਦਾ ਨਾਰ ਚੁਣਾ ਗਿਆ, ਬਾਗੀ ਬਚਪਨ ਤੋਂ ਅਖਵਾ ਗਿਆ, ਮੱਥਾ ਜਬਰ ਜ਼ੁਲਮ ਨਾਲ ਲਾ ਗਿਆ, ਮੱਥਾ ਜਬਰ ਜ਼ੁਲਮ ਨਾਲ ਲਾ ਗਿਆ ਜੋਦਾ ਮਾਰ ਖੰਗੂਰਾ ਜੀ। ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ, ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ। ਆਓ ਸੰਤਾਂ ਦੀ ਸੰਗਤ ਕਰ ਗਏ, ਸੰਤਾਂ ਦੀ ਜੋ ਸੰਗਤ ਕਰ ਗਏ ਭਾਈ ਅਮਰੀਕ ਸਿੰਘ ਜੀ ਵਰਗੇ, ਇਸ ਦੇ ਅੰਦਰ ਜਜ਼ਬਾ ਭਰ ਗਏ ਕੌਮ ਦੀ ਨਜ਼ਰ ਦਾ ਨੂਰਾ ਜੀ। ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ, ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ। ਆਓ ਦਿੱਤੀਆਂ ਗ੍ਰਿਫਤਾਰੀਆਂ ਜਾ ਕੇ ਵਿੱਚ ਸੰਘਰਸ਼ ਦੇ ਗੱਜਿਆ ਆ ਕੇ, ਗੈਰਤਮੰਦ ਕਰ ਗਿਆ ਸਾਕੇ ਕੋਈ ਨਾ ਕੰਮ ਅਧੂਰਾ ਜੀ। ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ, ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ। ਆਓ ਜੋ ਦੇ ਹੱਕਾਂ ਖਾਤਰ ਲੜ ਗਏ, ਮੂਰੇ ਜ਼ਬਰ ਜ਼ੁਲਮ ਦੇ ਤਣ ਗਏ, ਝੂਠੇ ਪੁਲਿਸ ਮੁਕਾਬਲੇ ਬਣ ਗਏ, ਇਹ ਸੀ ਕੰਮ ਕਰੂਰਾ ਜੀ। ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ, ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ। ਉਹ ਸਿਰੂ ਜਜ਼ਬੇ ਵਿੱਚ ਰੰਗੀ, ਗੁਰੂ ਤੋਂ ਆਪ ਸ਼ਹਾਦਤ ਮੰਗੀ, ਬੈਂਕਾ ਕਰਨੀ ਉਸ ਦੀ ਚੰਗੀ, ਕਰਨੀ ਉਸ ਦੀ ਚੰਗੀ, ਗਾਈਏ ਗੁਰੂ ਹਜੂਰਾ ਜੀ। ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ ਜੀ, ਜਿਦੜੀ ਕੌਮ ਦੇ ਲੇਖੇ ਲਾ ਗਿਆ ਸਰਬਜੀਤ ਸਿੰਘ ਸੂਰਾ
ਮਾਰ ਸਕਦਾ ਜਿਸ ਕੌਮ ਨੂੰ ਮਰਨ ਦਾ ਝੱਲ ਪੈ ਜਾਏ। ਆਖਰ ਪਵੇਗਾ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ। ਸੂਰਿਆਂ ਦਾ ਡੁੱਲਾ ਖੂਨ ਕਦੇ ਅਜਾਈ ਨਹੀਂ ਜਾਂਦਾ। शहीद की जो मौत है वो कौम की हयात है, हयात तो हयात है वो मौत भी हयात है। शहीद की मौत कौम की जिंदगी है। ਜਿਹੜੀਆਂ ਕੌਮਾਂ ਦੇ ਵਿੱਚ ਭਾਈ ਸਰਬਜੀਤ ਸਿੰਘ ਵਰਗੇ ਸ਼ਹੀਦ ਪੈਦਾ ਹੁੰਦੇ ਨੇ ਉਹ ਕੌਮਾਂ ਕਦੇ ਮਰ ਨਹੀਂ ਸਕਦੀਆਂ, ਕਦੇ ਮਿਟ ਨਹੀਂ ਸਕਦੀਆਂ। ਅੱਜ ਜ਼ਰੂਰਤ ਹੈ ਐਸੇ ਸ਼ਹੀਦਾਂ ਦੀ ਯਾਦ ਅੰਦਰ ਜੁੜਨ ਦੀ ਔਰ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਦੇ ਨਾਲ ਖੜਨ ਦੀ, ਕੌਮੀ ਗੈਰਤ, ਅਣਖ ਔਰ ਜਜ਼ਬਾ ਆਪਣੇ ਅੰਦਰ ਪੈਦਾ ਕਰਕੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਨ ਦੀ ਸੱਚੇ ਪਾਤਸ਼ਾਹ ਕਿਰਪਾ ਕਰਨ। ਵੀਰ ਅੰਮ੍ਰਿਤਪਾਲ ਸਿੰਘ ਜੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਮੁੱਖ ਸੇਵਾਦਾਰ ਨੇ ਉਹ ਵੀ ਪਹੁੰਚ ਰਹੇ ਨੇ ਥੋੜ੍ਹੇ ਸਮੇਂ ਤੱਕ। ਸੋ ਹੋਰ ਬੇਅੰਤ ਪੰਥ ਦਰਦੀ, ਗੁਰੂ ਕੀਆਂ ਸੰਗਤਾਂ, ਗੁਰਮੁਖ ਪਿਆਰੇ ਗਿਆਨੀ ਸੁੱਖਾ ਸਿੰਘ ਜੀ ਛਾਉਣੀ ਦਲ ਬਾਬਾ ਬਿਧੀ ਚੰਦ ਸਾਹਿਬ ਤੋਂ ਜਿੰਨੇ ਵੀ ਸਿੰਘ ਪਹੁੰਚੇ ਨੇ ਸਾਰਿਆਂ ਨੂੰ ਜੀਓ ਆਇਆਂ ਸੇਵਕ ਪਰਿਵਾਰ ਵੱਲੋਂ, ਅਰਦਾਸ ਜਥੇ ਵੱਲੋਂ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹੋਰਾਂ ਨੂੰ ਸ਼ਰਧਾਂਜਲੀ ਭੇਟਾ ਕਰਦਾ ਹੋਇਆ ਇੱਥੇ ਹੀ ਖਿਮਾ ਦਾ ਜਾਚਕ ਹਾਂ ਔਰ ਬੇਨਤੀ ਕਰਦਾ ਹਾਂ ਕਿ ਜਿਹੜੇ ਸਿੱਖ ਨੌਜਵਾਨ ਜਾਂ ਭੈਣਾਂ ਕੇਸਾਂ ਦੀ ਬੇਅਦਬੀ ਕਰਦੇ ਨੇ, ਕੇਸਾਂ ਧਾਰੀ ਹੋਈਏ, ਅੰਮ੍ਰਿਤ ਧਾਰੀ ਹੋਈਏ। ਗੁਰਦੇਵ ਕਿਰਪਾ ਕਰਨ। ਜੇ ਗੁਰਬਾਣੀ ਪੜ੍ਹਾਂਗੇ ਤਾਂ ਹੀ ਕੌਮੀ ਜਜ਼ਬਾ ਸਾਡੇ ਹਿਰਦੇ ਦੇ ਅੰਦਰ ਜਾਗੇਗਾ ਔਰ ਕੌਮ ਦੀ ਚੜ੍ਹਦੀ ਕਲਾ ਹੋਵੇਗੀ। ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਔਰ ਵਿਸ਼ੇਸ਼ ਧੰਨਵਾਦ ਭਾਈ ਗੁਰਜਿੰਦਰ ਸਿੰਘ ਜੀ ਬ੍ਰਹਮਪੁਰੇ ਵਾਲੇ ਜਿਹੜੇ ਕੌਮੀ ਸੋਚ ਰੱਖਦੇ ਨੇ ਔਰ ਸਾਨੂੰ ਵੀ ਪ੍ਰੇਮ ਸਨੇਹਾ ਭੇਜ ਕੇ ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਵਾਏ। ਆਪ ਸਭ ਦਾ ਧੰਨਵਾਦ। ਸਟੇਜ ਸਕੱਤਰ ਸਾਹਿਬ ਦਾ ਧੰਨਵਾਦ। ਲਾਈਵ ਟੈਲੀਕਾਸਟ ਦੀ ਸੇਵਾ ਨਿਭਾ ਰਹੇ ਗੁਰਮੁਖਾਂ ਦਾ ਧੰਨਵਾਦ। ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।